जी वेलकम टू आवर क्लास। कैसे हो सभी? ठीक हो? हाँ जी बेटा, टुडे वी विल बी डिस्कसिंग दिस चैप्टर लॉज ऑफ मोशन। ओके, मोशन बारे ਆਪਾਂ ਪੜਿਆ ਸੀ ਪਿੱਛੇ। ਮੋਸ਼ਨ ਦਾ ਕੀ ਮਤਲਬ ਸੀ? ਦੇਖੋ ਆਪਾਂ ਪਿੱਛੇ ਕੀਤਾ ਸੀ ਵੀ ਆਪਣੀ ਕੋਲ ਦੋ ਅਵਸਥਾਵਾਂ ਹੋ ਸਕਦੀਆਂ, ਦੋ ਸਟੇਟਸ ਹੋ ਸਕਦੀਆਂ, ਰੈਸਟ ਔਰ ਮੋਸ਼ਨ। ਕੋਈ ਵੀ ਬੋਡੀ ਹੈ ਤੁਹਾਡੇ ਕੋਲ, either that will be in the state of rest or that body will be in the state of motion। okay, ਤਾਂ ਇਹਦੇ 'ਚ ਸਭ ਤੋਂ ਪਹਿਲੇ ਆਪਣੇ ਕੋਲ ਹੈ ਫਿਜ਼ਿਕਸ ਵਿੱਚ ਲਾਜ਼ ਆਫ ਮੋਸ਼ਨ। ਠੀਕ ਹੈ, ਦਿਸ ਇਜ਼ ਅਵਰ ਚੈਪਟਰ। ਇਹਦੇ 'ਚ ਇੰਟਰੋਡਕਸ਼ਨ 'ਚ ਆਪਣੇ ਕੋਲ ਹੈ ਇੱਕ ਐਕਸਟਰਨਲ ਫੋਰਸ। ਠੀਕ ਹੈ, ਸ਼ਬਦ ਆਪਣੇ ਕੋਲ ਐਕਸਟਰਨਲ ਫੋਰਸ। ਐਕਸਟਰਨਲ ਫੋਰਸ ਦਾ ਮਤਲਬ ਹੁੰਦਾ ਬਾਹਰੋਂ ਆਪਾਂ ਕੋਈ ਫੋਰਸ ਲਗਾ ਰਹੇ ਹਾਂ। ਕੋਈ ਚੇਅਰ ਪਈ ਹੈ ਹਨਾ, ਕੋਈ ਬੁੱਕ ਪਈ ਹੈ ਟੇਬਲ ਦੇ ਉੱਪਰ, ਤੁਸੀਂ ਉਸ ਬੁੱਕ ਦੇ ਉੱਪਰ ਫੋਰਸ ਲਗਾ ਰਹੇ ਹੋ, ਉਹਨੂੰ ਪੁਸ਼ ਕਰ ਰਹੇ ਆ, ਉਹਨੂੰ ਜਾਂ ਪੁੱਲ ਕਰ ਰਹੇ ਆ, ਤਾਂ ਉਹ ਜਿਹੜੀ ਫੋਰਸ ਆਪਾਂ ਲਗਾ ਰਹੇ ਆ ਵੀ ਵਿਲ ਕਾਲ ਇਟ ਐਕਸਟਰਨਲ ਫੋਰਸ। ਮਤਲਬ ਆਪਾਂ ਬਾਹਰੋਂ ਲਗਾ ਰਹੇ ਹਾਂ ਉਹਦੇ ਤੇ ਫੋਰਸ। ਤਾਂ ਐਨ ਐਕਸਟਰਨਲ ਫੋਰਸ ਇਜ਼ ਨੀਡਡ ਟੂ ਮੇਕ ਏ ਸਟੇਸ਼ਨਰੀ ਬੋਡੀ ਮੂਵ। ਸਟੇਸ਼ਨਰੀ ਦਾ ਮਤਲਬ ਜਿਹੜੀ ਬੋਡੀ ਪਹਿਲੇ ਰੁਕੀ ਹੋਈ ਹੈ ਉਹ ਸਟੇਸ਼ਨਰੀ ਬੋਡੀ ਹੈ। ਠੀਕ ਹੈ, ਉਹਨੂੰ ਮੂਵ ਕਰਾਉਣ ਵਾਸਤੇ, ਉਹਨੂੰ ਚਲਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ? ਇੱਕ ਐਕਸਟਰਨਲ ਫੋਰਸ ਲਾਣੀ ਪਊਗੀ, ਉਹਨੂੰ ਬਾਹਰੋਂ ਕੋਈ ਫੋਰਸ ਲਾਣੀ ਪਊਗੀ। ਨਾਲ ਹੀ ਨਾਲ ਅਗਲੀ ਲਾਈਨ ਵੀ ਲਿਖੀ ਹੈ ਐਜ਼ ਵੈਲ ਐਜ਼ ਟੂ ਸਟੋਪ ਏ ਮੂਵਿੰਗ ਬੋਡੀ। ਠੀਕ ਹੈ, ਜੇ ਆਪਾਂ ਨਾਲ ਹੀ ਆਪਣੇ ਕੋਲ ਆਹ ਵਾਲੀ ਗੱਲ ਵੀ ਹੈ ਕਿ ਐਜ਼ ਵੈਲ ਐਜ਼ ਟੂ ਸਟੋਪ ਏ ਮੂਵਿੰਗ ਬੋਡੀ। ਆਪਾਂ ਨੂੰ ਐਕਸਟਰਨਲ ਫੋਰਸ ਦੋ ਚੀਜ਼ਾਂ ਵਾਸਤੇ ਲਾਣੀ ਪਊਗੀ। ਪਹਿਲੀ ਚੀਜ਼ ਹੈ ਸਟੇਸ਼ਨਰੀ ਬੋਡੀ ਨੂੰ ਤੁਸੀਂ ਕੀ ਕਰਵਾ ਰਹੇ ਹੋ? ਮੂਵ। ਦੂਸਰੀ ਚੀਜ਼ ਕੀ ਹੈ? ਸਟੋਪ ਕਰਵਾ ਰਹੇ ਹੋ ਕਿਹਨੂੰ? ਮੂਵਿੰਗ ਬੋਡੀ ਨੂੰ। ਪਹਿਲੇ ਬੋਡੀ ਕੋਈ ਮੂਵ ਕਰਦੀ ਪਈ ਹੈ, ਉਹਨੂੰ ਸਟੋਪ ਕਰਾਉਣਾ ਹੈ ਤਾਂ ਵੀ ਆਪਾਂ ਨੂੰ ਐਕਸਟਰਨਲ ਫੋਰਸ ਅਪਲਾਈ ਕਰਨੀ ਪਏਗੀ। ਔਰ ਜੇਕਰ ਆਪਣੇ ਕੋਲ ਪਹਿਲੇ ਕੋਈ ਬੋਡੀ ਜਿਹੜੀ ਹੈ ਉਹ ਸਟੇਸ਼ਨਰੀ ਹੈ, ਉਹਨੂੰ ਆਪਾਂ ਮੂਵ ਕਰਵਾਉਣਾ ਹੈ ਤਾਂ ਵੀ ਆਪਾਂ ਨੂੰ ਕੀ ਕਰਨਾ ਪਊਗਾ? ਐਕਸਟਰਨਲ ਫੋਰਸ ਲਗਾਉਣੀ ਪਏਗੀ। ਫੋਰ ਐਗਜ਼ਾਮਪਲ ਇੱਥੇ ਆਪਣੇ ਕੋਲ ਆਪਣੀ ਐਗਜ਼ਾਮਪਲਸ ਹੈ। ਠੀਕ ਹੈ, ਕੋਈ ਬੋਲ ਹੈ, ਉਹ ਸਟੇਸ਼ਨਰੀ ਹੋ ਸਕਦੀ ਹੈ, ਤੁਸੀਂ ਉਹਨੂੰ ਫੋਰਸ ਲਗਾਓਗੇ, ਪੁਸ਼ ਕਰੋਗੇ, ਪੁੱਲ ਕਰੋਗੇ, ਉਹ ਮੋਸ਼ਨ 'ਚ ਆ ਜਾਏਗੀ। ਆ ਇੱਕ ਕੋਈ ਚਾਈਲਡ ਕਿਸੇ ਟੁਆਏ ਨਾਲ ਖੇਲ ਰਿਹਾ, ਟੁਆਏ ਪਹਿਲੇ ਮੰਨ ਲਓ ਸਟੇਸ਼ਨਰੀ ਹੈ, ਇਹਨੂੰ ਫੋਰਸ ਲਾਊਗਾ, ਪੁਸ਼ ਕਰੂਗਾ, ਪੁੱਲ ਕਰੂਗਾ, ਤਾਂ ਇਹ ਜਿਹੜਾ ਟੁਆਏ ਹੈ ਆਪਣਾ ਉਹ ਕਿੱਦਾਂ ਹੋ ਜਾਏਗਾ? ਸਟੇਸ਼ਨਰੀ ਬੋਡੀ ਤੋਂ। ਠੀਕ ਹੈ, ਇਹ ਟੁਆਏ ਪਹਿਲੇ ਕਿੱਦਾਂ ਦਾ ਸੀ? ਸਾਡਾ ਸਟੇਸ਼ਨਰੀ ਬੋਡੀ ਸੀ। ਫਿਰ ਇਹ ਕੀ ਕਰਨ ਲੱਗ ਜੂਗਾ? ਫਿਰ ਇਹ ਟੁਆਏ ਸਾਡਾ ਕੀ ਕਰਨ ਲੱਗ ਜੂਗਾ? ਮੂਵ ਕਰਨ ਲੱਗ ਜੂਗਾ। ਜਦੋਂ ਆਪਾਂ ਕੀ ਲਗਾਇਆ? ਫੋਰਸ ਲਗਾਈ। ਕਿਹੜੀ ਫੋਰਸ ਲਾਈ? ਐਕਸਟਰਨਲ ਫੋਰਸ। ਠੀਕ ਹੈ, ਇਹਨੇ ਐਸ ਚਾਈਲਡ ਨੇ ਕੀ ਕੀਤਾ? ਐਕਸਟਰਨਲ ਫੋਰਸ ਲਾਈ ਕਿੰਦੇ ਤੇ? ਐਸ ਵਾਹੀਕਲ ਦੇ ਉੱਪਰ, ਐਸ ਟੁਆਏ ਦੇ ਉੱਪਰ, ਤੇ ਉਹਦੇ ਨਾਲ ਇਹ ਸਟੇਸ਼ਨਰੀ ਬੋਡੀ ਸਾਡੀ ਕੀ ਕਰਨ ਲੱਗੀ? ਮੂਵ ਕਰਨ ਲੱਗੀ। ਓਕੇ, ਸਿਮਿਲਰਲੀ ਮੰਨ ਲਓ ਆ ਚੀਜ਼ ਚੱਲੀ ਜਾਂਦੀ ਹੈ, ਆਪਾਂ ਇਹਨੂੰ ਰੋਕਣਾ ਹੈ ਹਨਾ। ਕੋਈ ਟਰੋਲੀ ਹੈ ਉਹ ਚੱਲੀ ਜਾਂਦੀ ਹੈ, ਤੁਸੀਂ ਸਾਈਕਲ ਚਲਾ ਰਹੇ ਹੋ, ਉਹਨੂੰ ਰੋਕਣਾ ਹੈ। ਵਟ ਐਵਰ, ਕੋਈ ਵੀ ਚੀਜ਼ ਹੈ ਜਿਹੜੀ ਮੋਸ਼ਨ 'ਚ ਹੈ ਉਹਨੂੰ ਆਪਾਂ ਰੋਕਣਾ ਚਾਹੁੰਦੇ ਹਾਂ। ਕੋਈ ਬੋਲ ਪਹਿਲੇ ਮੋਸ਼ਨ 'ਚ ਹੈ, ਉਹਨੂੰ ਤੁਸੀਂ ਰੋਕਣਾ ਚਾਹੁੰਦੇ ਹੋ। what you have to do, you have to apply an external force on that body to make that body stop। ਉਸ ਬੋਡੀ ਨੂੰ ਰੋਕਣ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ? ਇੱਕ ਬਾਹਰੀ ਬਲ ਲਾਣਾ ਪਊਗਾ। ਐਕਸਟਰਨਲ ਦਾ ਮਤਲਬ ਬਾਹਰੋਂ। ਠੀਕ ਹੈ, ਫੋਰਸ ਦਾ ਮਤਲਬ ਕੀ ਹੁੰਦਾ? ਬਲ। ਉਹਨੂੰ ਆਪਾਂ ਪੰਜਾਬੀ 'ਚ ਜੇ ਗੱਲ ਕਰੀਏ ਤਾਂ ਵੀ ਵਿਲ ਸੇ ਬਾਹਰੀ ਬਲ, ਹੈ ਨਾ। ਤਾਂ ਆਪਾਂ ਨੂੰ ਇੱਕ ਬਾਹਰੀ ਬਲ ਲਾਣਾ ਪਊਗਾ। ਹੌਲੀ ਹੌਲੀ ਤੁਸੀਂ ਨਾ ਪੰਜਾਬੀ ਦੇ ਸ਼ਬਦ ਛੱਡ ਕੇ ਜਿਹੜੇ ਇੰਗਲਿਸ਼ ਦੀ ਵੋਕੈਬਲਰੀ ਹੈ ਨਾ, ਇੰਗਲਿਸ਼ ਦੇ ਵਰਡਸ ਹੈ ਜਿਹੜੇ ਆਪਣੇ ਸਾਇੰਸ ਨਾਲ ਰਿਲੇਟਡ ਹੈ, ਉਹਨਾਂ 'ਤੇ ਥੋੜ੍ਹਾ ਸਟ੍ਰੈਸ ਦਿਆ ਕਰੋ, ਉਹਨਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਆਪਾਂ ਫਿਰ ਇਹਨਾਂ ਨੂੰ ਹੌਲੀ ਹੌਲੀ ਪੰਜਾਬੀ ਬਿਲਕੁਲ ਛੱਡ ਦੇਣੀ ਹੈ ਅਤੇ ਅਲਟੀਮੇਟਲੀ ਵੀ ਵਿਲ ਬੀ ਡਿਸਕਸਿੰਗ ਐਵਰੀਥਿੰਗ ਇਨ ਇੰਗਲਿਸ਼। ਠੀਕ ਹੈ, ਹੌਲੀ ਹੌਲੀ। ਤਾਂ ਇਸ ਲਈ ਸ਼ਬਦ ਜਿਹੜੇ ਹੈ ਉਹਨਾਂ ਨੂੰ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ। ਫੋਰਸ ਦਾ ਮਤਲਬ ਕੀ ਹੈ ਪੰਜਾਬੀ 'ਚ ਸਾਨੂੰ ਪਤਾ ਹੋਏਗਾ ਤਾਂ ਅਸੀਂ ਉਹਨੂੰ ਸਮਝ ਸਕਦੇ ਹਾਂ, ਹੈ ਨਾ। ਤਾਂ ਉਹ ਤੁਹਾਡੀ ਜਿਹੜੀ ਵੀ ਪਹਿਲੇ ਤੁਸੀਂ ਜਿਸ ਲੈਂਗੁਏਜ 'ਚ ਪੜ੍ਹੇ ਹੋ, ਤੁਹਾਡੀਆਂ ਲੋਅਰ ਕਲਾਸਿਸ 9th 8th 10th, ਠੀਕ ਹੈ, ਉਹਨਾਂ ਨੂੰ ਉਵੇਂ ਹੀ ਥੋੜ੍ਹਾ ਜਿਹਾ
ਰੀਕੈਪ ਕਰ ਲਿਆ ਕਰੋ ਉਸ ਮੀਡੀਅਮ ਵਿੱਚ, ਤੇ ਬਾਅਦ ਵਿੱਚ ਉਹਨੂੰ ਹੌਲੀ ਹੌਲੀ ਸ਼ਬਦ, ਨਵੇਂ ਜਿਹੜੇ ਸ਼ਬਦ ਹੈ ਇਹਨਾਂ ਨੂੰ ਚਾਹੇ ਤਾਂ ਲਿਖ ਲਿਆ ਕਰੋ ਬੇਟਾ, ਚਾਹੇ ਵੈਸੇ ਯਾਦ ਕਰ ਲਿਆ ਕਰੋ। ਇਟ ਡਿਪੈਂਡਸ ਔਨ ਯੂ, ਤੁਹਾਨੂੰ ਕਿਵੇਂ ਵਧੀਆ ਲੱਗਦਾ ਹੈ। ਜੇ ਕਾਪੀ ਦੇ ਉੱਪਰ ਲਿਖ ਲੇ ਵੀ ਇਹਦਾ ਮਤਲਬ ਆਹ ਹੁੰਦਾ, ਐਕਸਟਰਨਲ ਫੋਰਸ ਦਾ ਮਤਲਬ ਆਹ ਹੁੰਦਾ, ਬਾਹਰੀ ਬਲ। ਓਕੇ, ਤਾਂ ਹੁਣ ਇਹ ਗੱਲ ਕਲੀਅਰ ਹੋ ਗਈ ਵੀ ਆਪਾਂ ਨੂੰ ਫੋਰਸ ਚਾਹੀਦੀ ਹੋਊਗੀ ਕਿਹੜੀ ਵਾਲੀ, ਐਕਸਟਰਨਲ ਫੋਰਸ ਚਾਹੀਦੀ ਹੋਏਗੀ ਕਦੋਂ, ਜਦੋਂ ਅਸੀਂ ਕਿਸੇ ਵੀ ਸਟੇਸ਼ਨਰੀ ਬੋਡੀ ਨੂੰ ਮੂਵ ਕਰਾਉਣਾ ਹੈ ਜਾਂ ਫਿਰ ਕਿਸੇ ਮੂਵਿੰਗ ਬੋਡੀ ਨੂੰ ਸਟਾਪ ਕਰਾਉਣਾ ਹੈ ਨਾ। ਇਹ ਆਪਾਂ ਆਮ ਹੀ ਦੇਖਦੇ ਹਾਂ ਵੀ ਆਪਾਂ ਆਹ ਚੀਜ਼ ਕਰਦੇ ਹਾਂ, ਠੀਕ ਹੈ। ਤਾਂ ਇਹਦੇ 'ਚ ਮੋਸ਼ਨ ਬਾਰੇ ਅੱਗੇ ਉਹੀ ਗੱਲ ਹੈ ਵੀ ਮੋਸ਼ਨ ਬਾਰੇ ਜਦੋਂ ਆਪਾਂ ਗੱਲ ਕਰਾਂਗੇ ਤਾਂ ਅਬਾਊਟ ਮੋਸ਼ਨ, ਠੀਕ ਹੈ, ਆਪਾਂ ਆਹ ਚੀਜ਼ਾਂ ਪਹਿਲੇ ਪੜ੍ਹ ਚੁੱਕੇ ਹਾਂ। ਕਿਹੜੀਆਂ ਮੋਸ਼ਨ ਇਨ ਸਿੰਪਲ ਇਜ਼ ਟੈਂਡੈਂਸੀ ਟੂ ਮੂਵ, ਠੀਕ ਹੈ, ਕੋਈ ਵੀ ਬੋਡੀ ਹੈ ਉਹਦੀ 'ਚ क्षमता ਹੈ ਉਹ ਮੂਵ ਕਰਨ ਦੀ ਕੋਸ਼ਿਸ਼ ਕਰਦੀ ਹੈ ਨਾ। ਐਨ ਆਬਜੈਕਟ ਇਜ਼ ਸੈਡ ਟੂ ਬੀ ਇਨ ਮੋਸ਼ਨ, ਕਦੋਂ ਮੋਸ਼ਨ 'ਚ ਕੋਈ ਚੀਜ਼ ਹੈ, ਆਪਾਂ ਕਦੋਂ ਕਵਾਂਗੇ ਕੋਈ ਬੋਡੀ ਮੋਸ਼ਨ 'ਚ ਹੈ, ਆਪਾਂ ਆਹ ਕੰਡੀਸ਼ਨ ਲਾਵਾਂਗੇ ਵੈਨ ਇਟ ਚੇਂਜਿਸ ਇਟਸ ਪੋਜੀਸ਼ਨ ਵਿਦ ਟਾਈਮ, ਜਦੋਂ ਬੋਡੀ ਆਪਣੀ ਪੋਜੀਸ਼ਨ ਨੂੰ ਚੇਂਜ ਕਰਦੀ ਹੈ ਟਾਈਮ ਨਾਲ। ਓਕੇ, ਤੁਸੀਂ ਹੁਣ ਦੇਖਿਆ ਕਿਸੇ ਬੋਡੀ ਦੀ ਪੋਜੀਸ਼ਨ ਕਿੱਥੇ ਹੈ, ਤੁਸੀਂ ਵਿਦ ਟਾਈਮ, ਤੁਸੀਂ 2 ਮਿੰਟ ਬਾਅਦ, 5 ਮਿੰਟ ਬਾਅਦ ਜਾਂ ਕੁਝ ਸੈਕਿੰਡਸ ਤੋਂ ਬਾਅਦ ਫਿਰ ਦੇਖਿਆ ਉਹ ਬੋਡੀ ਦੀ ਪੋਜੀਸ਼ਨ ਕਿੱਥੇ ਹੈ। ਜੇ ਉਹਦੀ ਪੋਜੀਸ਼ਨ ਵਿੱਚ ਚੇਂਜ ਹੋ ਜੇ then we will call that body is in motion, ਤਾਂ ਅਸੀਂ ਕੀ ਕਹਿ ਦਿਆਂਗੇ, we will call that body motion 'ਚ ਹੈ। ਫੋਰ ਐਗਜ਼ਾਮਪਲ ਆਪਾਂ ਬਾਹਰ ਸੜਕ ਦੇ ਉੱਪਰ ਦੇਖਦੇ ਹਾਂ, ਸਾਨੂੰ ਇੱਕ ਕਾਰ ਦਿਖਦੀ ਹੈ, ਠੀਕ ਹੈ, ਅਸੀਂ 1 ਜਾਂ 2 ਸੈਕਿੰਡ ਬਾਅਦ ਫਿਰ ਦੇਖਦੇ ਹਾਂ ਜਾਂ 10 ਸੈਕਿੰਡ ਬਾਅਦ ਫਿਰ ਦੇਖਦੇ ਹਾਂ, ਉਹ ਕਾਰ ਜਿੱਥੇ ਪਹਿਲੇ ਹੁੰਦੀ ਹੈ ਉਸ ਤੋਂ ਅੱਗੇ ਚਲੀ ਜਾਂਦੀ ਹੈ, ਸਾਨੂੰ ਉੱਥੇ ਦਿਖਦੀ ਹੈ, ਉਹਦੀ ਪੋਜੀਸ਼ਨ ਚੇਂਜ ਹੋ ਰਹੀ ਹੈ। ਦੈਟ ਮੀਨਸ ਕਾਰ ਇਜ਼ ਇਨ ਮੋਸ਼ਨ। ਜੇ ਅਸੀਂ ਬਾਹਰ ਦੇਖ ਰਹੇ ਹਾਂ ਸੜਕ ਦੇ ਉੱਪਰ ਇੱਕ ਕਾਰ ਦੇਖੀ ਅਸੀਂ, ਆਫਟਰ 10 ਸੈਕਿੰਡ ਅਸੀਂ ਫਿਰ ਦੇਖਿਆ ਉਹਦੀ ਪੋਜੀਸ਼ਨ ਚੇਂਜ ਨਹੀਂ ਹੋਈ, ਜਿੱਥੇ ਖੜੀ ਸੀ ਉੱਥੇ ਹੀ ਖੜੀ ਹੈ। ਫਿਰ 10-15 ਸੈਕਿੰਡ ਬਾਅਦ ਫਿਰ ਦੇਖਿਆ, ਫਿਰ ਵੀ ਉੱਥੇ ਹੀ ਖੜੀ ਹੈ, ਉਹਦੀ ਪੋਜੀਸ਼ਨ ਚੇਂਜ ਨਹੀਂ ਹੋਈ। ਇਹਦਾ ਮਤਲਬ ਫਿਰ ਉਹ ਕਾਰ ਕਿਹੜੀ ਸਟੇਟ ਵਿੱਚ ਹੈ, ਦੈਟ ਇਜ਼ ਇਨ ਦਾ ਸਟੇਟ ਆਫ ਰੈਸਟ, ਠੀਕ ਹੈ। ਤੇ ਜੇ ਉਹ ਮੋਸ਼ਨ 'ਚ ਹੋਏਗੀ ਤਾਂ ਉਹਦੀ ਪੋਜੀਸ਼ਨ ਚੇਂਜ ਹੋਏਗੀ, ਕਿੰਦੇ ਨਾਲ, ਵਿਦ ਟਾਈਮ, ਟਾਈਮ ਨਾਲ ਉਹਦੀ ਪੋਜੀਸ਼ਨ ਚੇਂਜ ਹੋਏਗੀ। ਕਲੀਅਰ ਹੋ ਗਿਆ। ਤਾਂ ਰੈਸਟ ਵਿੱਚ ਆਪਾਂ ਕਦੋਂ ਕਵਾਂਗੇ ਬੋਡੀ ਨੂੰ, ਬੋਡੀ ਸੈਡ ਟੂ ਬੀ ਇਨ ਦਾ ਸਟੇਟ ਆਫ ਰੈਸਟ ਇਫ ਇਟ ਇਜ਼ ਨੋਟ ਮੂਵਿੰਗ। ਜੇ ਉਹਦੀ ਮੂਵਿੰਗ ਦਾ ਮਤਲਬ ਉਹੀ ਹੈ ਉੱਪਰ ਵਾਲੀ ਗੱਲ ਵੀ ਜੇ ਉਹਦੀ ਪੋਜੀਸ਼ਨ ਵਿਦ ਟਾਈਮ ਚੇਂਜ ਨਹੀਂ ਹੁੰਦੀ ਪਈ ਤਾਂ ਉਹ ਬੋਡੀ ਕੀ ਹੈ, ਮੋਸ਼ਨ 'ਚ ਨਹੀਂ ਹੈਗੀ, ਮੂਵਿੰਗ ਨਹੀਂ ਹੈਗੀ, ਤਾਂ ਰੈਸਟ ਦੀ ਫਾਰਮ 'ਚ ਹੈ, ਠੀਕ ਹੈ। ਫਿਰ ਜਦੋਂ ਮੋਸ਼ਨ ਹੋਣੀ ਹੈ, ਜਦੋਂ ਵੀ ਮੋਸ਼ਨ ਹੋਣੀ ਹੈ ਤਾਂ ਫਿਰ ਉਦੋਂ ਕੀ ਹੋਏਗਾ, ਐਨ ਐਕਸਟਰਨਲ ਫੋਰਸ ਇਜ਼ ਆਲਵੇਜ਼ ਇਨਵੋਲਵਡ। ਤਾਂ ਇੱਕ ਐਕਸਟਰਨਲ ਫੋਰਸ ਹਮੇਸ਼ਾ ਲੱਗੂਗੀ ਜਦੋਂ ਮੋਸ਼ਨ ਹੋਊਗਾ। ਜਿਵੇਂ ਆਪਾਂ ਇੱਥੇ ਦੇਖੋ ਆ ਬੋਲ ਪਈ ਸੀਗੀ ਹੈ ਨਾ, ਕੀ ਇਹ ਆਪੇ ਚੱਲਣ ਲੱਗ ਸਕਦੀ ਹੈ, ਨਹੀਂ, ਜਦ ਤੱਕ ਆਪਾਂ ਐਕਸਟਰਨਲ ਫੋਰਸ ਨਹੀਂ ਲਾਉਂਦੇ। ਆ ਟੋਏ ਇੱਥੇ ਪਿਆ ਸੀਗਾ, ਜਦ ਤੱਕ ਇਹ ਚਾਈਲਡ ਇਹਦੇ ਤੇ ਫੋਰਸ ਲਾ ਕੇ ਇਹਨੂੰ ਮੂਵ ਨਹੀਂ ਕਰਵਾਉਂਦਾ, ਇਹ ਟੋਏ ਆਪਣੇ ਆਪ ਨਹੀਂ ਮੂਵ ਕਰਦਾ। ਕਿਸੇ ਨਾ ਕਿਸੇ ਫਾਰਮ ਵਿੱਚ, ਹੁਣ ਤੁਸੀਂ ਇਹ ਕਹਿ ਸਕਦੇ ਹੋ ਵੀ ਮੰਨ ਲਓ ਬੈਟਰੀ ਓਪਰੇਟਿਡ ਹੋਵੇ ਟੋਏ ਜੀ ਸਰ, ਹੈ ਨਾ, ਤਾਂ ਅਸੀਂ ਉੱਥੋਂ ਰਿਮੋਟ ਨਾਲ ਦੂਰੋਂ ਬਟਨ ਨੱਪਦੀ ਚੱਲਣ ਲੱਗ ਜੂਗਾ। ਬਟ ਇਨ ਦੈਟ ਕੇਸ ਆਲਸੋ ਦਾ ਫੋਰਸ ਇਜ਼ ਅਪਲਾਈਡ, ਉਹ ਫੋਰਸ ਕਿਸੇ ਹੋਰ ਫਾਰਮ ਵਿੱਚ ਅਪਲਾਈ ਹੋ ਰਹੀ ਹੈ ਉਦੋਂ, ਹੈ ਨਾ। ਬਟ ਬਿਨਾਂ ਐਕਸਟਰਨਲ ਫੋਰਸ ਅਪਲਾਈ ਕੀਤੇ ਆਪਾਂ ਬੋਡੀ ਨੂੰ ਮੋਸ਼ਨ ਵਿੱਚ ਨਹੀਂ ਲਿਆ ਸਕਦੇ। ਇਹੀ ਗੱਲ ਆਪਾਂ ਇੱਥੇ ਕਰ ਰਹੇ। ਐਕਸਟਰਨਲ ਫੋਰਸ ਇਜ਼ ਆਲਵੇਜ਼ ਇਨਵੋਲਵਡ ਇਨ ਮੋਸ਼ਨ। ਜਦੋਂ ਵੀ ਆਪਾਂ ਕਿਸੇ ਨੂੰ ਚਲਾਵਾਂਗੇ, ਮੋਸ਼ਨ 'ਚ ਲੈ ਕੇ ਆਵਾਂਗੇ, ਤਾਂ ਉਦੋਂ ਹਮੇਸ਼ਾ ਉਹਦੇ ਨਾਲ ਐਕਸਟਰਨਲ ਫੋਰਸ ਜੁੜੀ ਹੋਊਗੀ, ਕਿਤੇ ਨਾ ਕਿਤੇ ਆਪਾਂ ਉਹਦੇ ਤੇ ਐਕਸਟਰਨਲ ਫੋਰਸ ਲਾਈ ਹੈ, ਠੀਕ ਹੈ। ਤਾਂ ਇਹ ਵਾਲੀ ਜਿਹੜੀ ਐਕਸਟਰਨਲ ਫੋਰਸ ਆਪਾਂ ਲਾਈ ਹੁੰਦੀ ਹੈ, ਦਿਸ ਫੋਰਸ ਹੈਲਪਸ ਬੋਡੀ ਟੂ ਪਰਫਾਰਮ ਰਿਕੁਆਇਰਡ ਐਕਸ਼ਨਸ ਐਂਡ ਥੀਸ ਐਕਸ਼ਨਸ ਆਰ ਅਕੋਰਡਿੰਗ ਟੂ ਰੂਲਸ ਆਫ ਲਾਜ਼, ਦੈਟ ਇਜ਼ ਲਾਜ਼ ਆਫ ਮੋਸ਼ਨ, ਠੀਕ ਹੈ। ਤਾਂ ਉਹ ਲਾਜ਼ ਆਫ ਮੋਸ਼ਨ ਦੇ ਹਿਸਾਬ ਨਾਲ ਉਹ ਐਕਸ਼ਨ ਹੁੰਦਾ ਬੋਡੀ ਦੇ ਉੱਪਰ, ਔਰ ਉਹ ਬੋਡੀ ਦੇ ਉੱਪਰ ਜਿਹੜਾ ਐਕਸ਼ਨ ਹੁੰਦਾ ਉਹਦੇ 'ਚ ਕੌਣ ਇਨਵੋਲਵ ਹੁੰਦਾ, ਜਿਹੜੀ ਐਕਸਟਰਨਲ ਫੋਰਸ ਆਪਾਂ ਲਾਈ ਹੈ, ਜਿਹੜੀ ਆਪਾਂ ਬਾਹਰੀ ਬਲ ਲਾਇਆ। ਓਕੇ, ਹੁਣ ਅੱਗੇ ਆਪਣੇ ਕੋਲ ਆਉਂਦਾ ਹੈ ਫੋਰਸਿਸ ਦੀ ਗੱਲ ਕਰੀਏ ਤਾਂ ਕੰਟੈਕਟ ਐਂਡ ਨੋਨ ਕੰਟੈਕਟ ਫੋਰਸਿਸ। ਕੰਟੈਕਟ ਫੋਰਸਿਸ ਤੇ ਨੋਨ ਕੰਟੈਕਟ, ਇਹਦੇ ਨਾਮ ਤੋਂ ਸ਼ਾਇਦ ਤੁਹਾਨੂੰ ਕੁਝ ਥੋੜਾ ਸਮਝ ਆ ਰਿਹਾ। ਕੰਟੈਕਟ ਦਾ ਮਤਲਬ ਕੀ ਹੁੰਦਾ ਵੀ ਆਪਾਂ ਇੱਕ ਦੋ
ਬੋਡੀਜ਼ ਨੂੰ ਨਾਲ ਜੋੜ ਦਿੰਦੇ ਆ ਨਾ, ਕੰਟੈਕਟ ਵਿੱਚ ਹੈ। ਨੋਨ ਕੰਟੈਕਟ ਜਦੋਂ ਦੋ ਬੋਡੀਜ਼ ਦੂਰ ਦੂਰ ਹੈ, ਕੰਟੈਕਟ ਵਿੱਚ ਨਹੀਂ ਹੈਗੀਆਂ, ਠੀਕ ਹੈ। ਤਾਂ ਐਕਸਟਰਨਲ ਫੋਰਸ ਕਮਸ ਇਨਟੂ ਪਿਕਚਰ ਵੈਨ ਦਾ ਬੋਡੀ ਸਟਾਰਟ ਮੂਵਿੰਗ ਔਰ ਕਮਸ ਟੂ ਰੈਸਟ ਆਈਦਰ ਬਾਈ ਕਮਿੰਗ ਇਨ ਕੰਟੈਕਟ ਵਿਦ ਦਾ ਬੋਡੀ ਔਰ ਵਿਦਆਊਟ ਬੀਇੰਗ ਇਨ ਕੰਟੈਕਟ, ਠੀਕ ਹੈ। ਆਪਾਂ ਨੂੰ ਪਤਾ ਲੱਗ ਜਾਂਦਾ ਵੀ ਐਕਸਟਰਨਲ ਫੋਰਸ ਲੱਗੀ ਹੈ ਕਦੋਂ, ਜਦੋਂ ਕੋਈ ਬੋਡੀ ਸਟਾਰਟ ਮੂਵਿੰਗ, ਜਦੋਂ ਕੋਈ ਬੋਡੀ ਚੱਲਣਾ ਸ਼ੁਰੂ ਕਰ ਦਿੰਦੀ ਹੈ, ਜਾਂ ਫਿਰ ਕੀ ਕਰਦੀ ਹੈ, ਕਮਸ ਟੂ ਰੈਸਟ, ਜਾਂ ਫਿਰ ਉਹ ਰੈਸਟ ਵਿੱਚ ਆ ਜਾਂਦੀ ਹੈ, ਪਹਿਲੇ ਚੱਲੀ ਜਾਂਦੀ ਹੁੰਦੀ ਹੈ। ਮੰਨ ਲਓ ਪਹਿਲੇ ਚੱਲੀ ਜਾਂਦੀ ਸੀ ਕੋਈ ਚੀਜ਼, ਰੁਕ ਗਈ, ਇਹਦਾ ਮਤਲਬ ਕੀ ਕੀਤਾ ਹੋਊਗਾ, ਉਸ ਬੋਡੀ ਦੇ ਉੱਪਰ ਕੋਈ ਨਾ ਕੋਈ ਐਕਸਟਰਨਲ ਫੋਰਸ ਲੱਗੀ ਹੋਊਗੀ ਤਾਂ ਹੀ ਉਹ ਰੁਕੀ ਹੈ। ਐਵੇਂ ਜੇ ਪਹਿਲਾਂ ਕੋਈ ਬੋਡੀ ਰੁਕੀ ਹੋਈ ਸੀ, ਰੈਸਟ ਦੀ ਫਾਰਮ 'ਚ ਸੀ, ਉਹ ਮੋਸ਼ਨ 'ਚ ਆ ਗਈ, ਇਹਦਾ ਮਤਲਬ ਉਦੋਂ ਵੀ ਉਹਦੇ ਤੇ ਕੋਈ ਨਾ ਕੋਈ ਐਕਸਟਰਨਲ ਫੋਰਸ ਜ਼ਰੂਰ ਲੱਗੀ ਹੈ ਨਾ। ਹੁਣ ਉਹ ਐਕਸਟਰਨਲ ਫੋਰਸ ਦੋ ਟਾਈਪ ਦੀ ਹੋ ਸਕਦੀ ਹੈ, ਜਿਹੜੀ ਆਪਾਂ ਲਾਈ ਜਾਂ ਜਿਹੜੀ ਉਸ ਬੋਡੀ ਦੇ ਉੱਪਰ ਲੱਗੀ। ਉਹ ਕਿੱਦਾਂ ਦੀ ਹੋ ਸਕਦੀ ਹੈ, ਜਾਂ ਤਾਂ ਉਹ ਹੋ ਸਕਦੀ ਹੈ ਉਸ ਬੋਡੀ ਦੇ ਨਾਲ ਉਹ ਕੰਟੈਕਟ ਵਿੱਚ ਆਈ, ਜਾਂ ਫਿਰ ਹੋ ਸਕਦੀ ਹੈ ਉਹ ਵਿਦਆਊਟ ਬੀਇੰਗ ਇਨ ਕੰਟੈਕਟ ਤੋਂ ਬਿਨਾ, ਠੀਕ ਹੈ। ਇਹਦਾ ਆਪਾਂ ਹੁਣ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਕੰਟੈਕਟ ਫੋਰਸਿਸ ਦੀ ਆਪਾਂ ਗੱਲ ਕਰਦੇ ਹਾਂ। ਕੰਟੈਕਟ ਫੋਰਸਿਸ ਫੋਰਸ ਅਪਲਾਈਡ ਬਾਈ ਕਮਿੰਗ ਇਨ ਕੰਟੈਕਟ ਵਿਦ ਦਾ ਬੋਡੀ, ਜਦੋਂ ਆਪਾਂ ਨਾਲ ਜੁੜਦੇ ਹਾਂ, ਕਿਸੇ ਬੋਡੀ ਦੇ ਨਾਲ ਜੋੜ ਕੇ ਦੋਨੋਂ ਬੋਡੀਜ਼ ਟੱਚ ਹੋ ਰਹੀਆਂ ਇੱਕ ਦੂਜੇ ਦੇ ਨਾਲ, ਉਦੋਂ ਜਿਹੜੀ ਫੋਰਸ ਅਪਲਾਈ ਹੋਊਗੀ ਉਹਨੂੰ ਆਪਾਂ ਬੋਲਾਂਗੇ ਕੰਟੈਕਟ ਫੋਰਸ। ਐਗਜ਼ਾਮਪਲ ਆਪਣੇ ਕੋਲ ਐਗਜ਼ਾਮਪਲ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਐਗਜ਼ਾਮਪਲ ਹੈ ਸਾਡੇ ਕੋਲ, ਉਹ ਇਹ ਹੈ ਕਿ ਹਿਟਿੰਗ ਆਫ ਕ੍ਰਿਕਟ ਬਾਲ ਵਿਦ ਬੈਟ ਇਨ ਦਾ ਗੇਮ। ਕ੍ਰਿਕਟ ਵਿੱਚ ਕ੍ਰਿਕਟ ਦੀ ਇੱਕ ਬੋਲ ਹੈ, ਉਹਨੂੰ ਆਪਾਂ ਬੈਟ ਨਾਲ ਹਿੱਟ ਕਰਦੇ ਪਏ ਹਾਂ, ਹੁਣ ਉਦੋਂ ਕੀ ਹੋਏਗਾ, ਆਹ ਚੀਜ਼ ਹੈ, ਠੀਕ ਹੈ। ਇੱਥੇ ਜਿਹੜਾ ਬੈਟ ਔਰ ਬੋਲ ਹੈ, ਦੇ ਆਰ ਇਨ ਕੰਟੈਕਟ ਵਿਦ ਈਚ ਅਦਰ। ਬੈਟ ਤੇ ਬੋਲ ਦੋਨੋਂ ਕੀ ਚੀਜ਼ ਹੈ, ਦੋਨੋਂ ਕੰਟੈਕਟ ਵਿੱਚ ਹੈ, ਇਹਦੀ ਅਸੀਂ ਗੱਲ ਕਰ ਰਹੇ ਹਾਂ, ਠੀਕ ਹੈ। ਬੈਟ ਤੇ ਬੋਲ ਦੇ ਆਰ ਇਨ ਕੰਟੈਕਟ ਵਿਦ ਈਚ ਅਦਰ, ਦੋਨੋਂ ਇੱਕ ਦੂਜੇ ਦੇ ਨਾਲ ਲੱਗੇ ਹੋਏ ਹੈ। ਜਦੋਂ ਬੈਟ ਇਹਦੇ ਨਾਲ ਲੱਗੂਗਾ, ਇਹਦੇ ਨਾਲ ਵੱਜੂਗਾ, ਉਦੋਂ ਹੀ ਬੈਟ ਇਹਦੇ ਤੇ ਫੋਰਸ ਲਾਊਗਾ। ਇੱਥੇ ਜਿਹੜੀ ਹੁਣ ਫੋਰਸ ਅਸੀਂ ਲਾ ਰਹੇ ਹਾਂ ਦਾ ਨਾਮ ਫਿਰ ਅਸੀਂ ਕੀ ਦੇਵਾਂਗੇ, ਵੀ ਵਿਲ ਕਾਲ ਇਟ, ਆਪਾਂ ਇਹਨੂੰ ਕਿਹੜੀ ਫੋਰਸ ਕਵਾਂਗੇ, ਕੰਟੈਕਟ ਫੋਰਸ, ਕਿਉਂਕਿ ਇਹ ਬੋਡੀਜ਼ ਦੋਨੋਂ ਕਿਵੇਂ ਸੀਗੀਆਂ, ਕੰਟੈਕਟ ਵਿੱਚ ਸੀਗੀਆਂ। ਦੂਸਰਾ ਸਾਡੇ ਕੋਲ ਆ ਗਿਆ ਨੋਨ ਕੰਟੈਕਟ ਫੋਰਸ, ਠੀਕ ਹੈ। ਨੋਨ ਕੰਟੈਕਟ ਫੋਰਸ ਕੀ ਹੈ, ਫੋਰਸ ਅਪਲਾਈਡ ਵਿਦਆਊਟ ਕਮਿੰਗ ਇਨ ਕੰਟੈਕਟ। ਵੀ ਫੋਰਸ ਤਾਂ ਲੱਗੀ ਹੈ, ਫੋਰਸ ਲੱਗੀ ਹੈ ਤਾਂ ਕੀ ਹੋਇਆ ਹੋਊਗਾ, ਦੋ ਚੀਜ਼ਾਂ ਹੋਈਆਂ ਹੋਣਗੀਆਂ, ਜਾਂ ਦੋਨਾਂ ਵਿੱਚੋਂ ਕੋਈ ਇੱਕ ਚੀਜ਼ ਹੋਈ ਹੋਊਗੀ। ਕੀ, ਜਾਂ ਤਾਂ ਬੋਡੀ ਰੈਸਟ ਵਿੱਚ ਸੀ, ਮੋਸ਼ਨ 'ਚ ਆ ਗਈ ਹੋਊਗੀ, ਜਾਂ ਫਿਰ ਪਹਿਲੇ ਮੋਸ਼ਨ 'ਚ ਹੋਊਗੀ, ਬਾਅਦ ਵਿੱਚ ਰੈਸਟ 'ਚ ਹੋ ਗਈ ਹੋਣੀ ਹੈ ਨਾ। ਪਰੰਤੂ ਹੁਣ ਸਾਨੂੰ ਇੱਥੇ ਦੇਖਣ ਵਿੱਚ ਇਹ ਲੱਗੂਗਾ ਵੀ ਦੋਨੋਂ ਬੋਡੀਜ਼ ਦੇ ਵਿੱਚ ਕੋਈ ਕੰਟੈਕਟ ਨਹੀਂ ਹੈਗਾ ਸੀ, ਇਸ ਕਰਕੇ ਜਿਹੜੀ ਫੋਰਸ ਲੱਗ ਰਹੀ ਹੈ ਉਹਨੂੰ ਅਸੀਂ ਕੀ ਬੋਲਾਂਗੇ, ਨੋਨ ਕੰਟੈਕਟ ਫੋਰਸ। ਫੋਰਸ ਅਪਲਾਈਡ ਵਿਦਆਊਟ ਕਮਿੰਗ ਇਨ ਕੰਟੈਕਟ ਵਿਦ ਦਾ ਬੋਡੀ, ਆਹੀ ਚੀਜ਼ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜਾ ਨੋਨ ਕੰਟੈਕਟ ਫੋਰਸ ਕੀ ਹੈ, ਫੋਰਸ ਅਪਲਾਈਡ ਵਿਦਆਊਟ ਕਮਿੰਗ ਇਨ ਕੰਟੈਕਟ, ਵੀ ਅਸੀਂ ਕੰਟੈਕਟ ਵਿੱਚ ਆਏ ਤੋਂ ਬਿਨਾ। ਇੱਥੇ ਉੱਪਰ ਵਾਲੀ ਜਿਹੜੀ ਅਸੀਂ ਗੱਲ ਕਰ ਰਹੇ ਸੀ ਕੰਟੈਕਟ ਫੋਰਸ, ਉਦੋਂ ਅਸੀਂ ਕੰਟੈਕਟ ਵਿੱਚ ਸੀਗੇ, ਜਿਹੜੀ ਸਾਡਾ ਬੈਟ ਤੇ ਬੋਲ ਹੈ ਉਹ ਦੋਨੋਂ ਇੱਕ ਦੂਜੇ ਦੇ ਕੰਟੈਕਟ ਵਿੱਚ ਸੀ। ਹੁਣ ਨੋਨ ਕੰਟੈਕਟ ਫੋਰਸ ਕਿਹੜੀ ਹੈ, ਜਦੋਂ ਜਿਹੜੀ ਫੋਰਸ ਹੈ ਉਹ ਕੰਟੈਕਟ ਵਿੱਚ ਆਏ ਤੋਂ ਬਿਨਾ ਹੀ ਲੱਗ ਜੇ, ਉਸ ਫੋਰਸ ਨੂੰ ਆਪਾਂ ਕੀ ਬੋਲਾਂਗੇ, ਨੋਨ ਕੰਟੈਕਟ ਫੋਰਸ। ਐਗਜ਼ਾਮਪਲਸ ਦੀ ਗੱਲ ਕਰ ਲੈਂਦੇ ਆ। coin attracted towards magnet, मतलब छोटे छोटे कोई coin है ਤੁਹਾਡੇ ਕੋਲ ਜਾਂ ਕੋਈ ਆਇਰਨ ਦੇ ਛੋਟੇ ਛੋਟੇ ਪੀਸਿਸ ਹੈ, ਉਹ ਮੈਗਨੇਟ ਦੇ ਵੱਲ ਅਟਰੈਕਟ ਹੋ ਰਹੇ ਹੈ, ਠੀਕ ਹੈ। ਜਿਵੇਂ ਇੱਥੇ ਆਪਾਂ ਸ਼ੋ ਕਰ ਰਹੇ ਹਾਂ, ਆਹ ਆਪਣਾ ਮੈਗਨੇਟ ਹੈ, ਠੀਕ ਹੈ। ਇੱਥੇ ਆਪਣੇ ਕੋਲ ਆ ਮੈਗਨੇਟ ਹੈ, ਆਹ ਜਿਹੜੇ ਛੋਟੇ ਛੋਟੇ ਟੁਕੜੇ ਹੈ, ਦੇ ਆਰ ਅਟਰੈਕਟਡ ਟੁਵਾਰਡਸ ਦਿਸ ਮੈਗਨੇਟ, ਇਹ ਇਹਦੇ ਵੱਲ ਅਟਰੈਕਟ ਹੋ ਰਹੇ ਹੈ, ਠੀਕ ਹੈ। ਇੱਧਰ ਨੂੰ ਜਾ ਰਹੇ ਹੈ, ਇੱਧਰ ਨੂੰ ਜਾ ਰਹੇ ਹੈ, ਤਾਂ ਇਹਦਾ ਮਤਲਬ ਕੋਈ ਫੋਰਸ ਲੱਗ ਰਹੀ ਹੈ। ਫੋਰਸ ਹੁਣ ਕੌਣ ਲਗਾ ਰਿਹਾ ਹੈ, ਮੈਗਨੇਟ ਲਗਾ ਰਿਹਾ ਹੈ, ਪਰੰਤੂ ਮੈਗਨੇਟ ਇੱਥੇ ਹੈ, ਆ ਬੋਡੀ ਇੱਥੇ ਹੈ, ਦੋਨਾਂ ਵਿੱਚ ਡਿਸਟੈਂਸ ਹੈ, ਦੋਨੋਂ ਇੱਕ ਦੂਜੇ ਦੇ ਨਾਲ ਜੁੜੇ ਨਹੀਂ ਹੋਏ, ਜਿਵੇਂ ਕਿ ਐਸ ਕੇਸ 'ਚ ਸੀਗੇ, ਦੋਨੋਂ ਇੱਕ ਦੂਜੇ ਦੇ ਨਾਲ ਜੁੜਨਗੇ ਤਾਂ ਫੋਰਸ ਲੱਗਦੀ ਸੀ। ਇੱਥੇ ਦੋਨੋਂ ਦੂਰ ਦੂਰ ਹੈ, ਫਿਰ ਵੀ ਫੋਰਸ ਲੱਗਦੀ ਪਈ ਹੈ। ਤੇ ਇਸ ਲਈ ਇਹਨੂੰ ਆਪਾਂ ਕੀ ਬੋਲਾਂਗੇ, ਵੀ ਵਿਲ ਕਾਲ ਇਟ ਨੋਨ ਕੰਟੈਕਟ ਫੋਰਸ। ਆ ਜਿਹੜੀ ਫੋਰਸ ਲੱਗ ਰਹੀ ਹੈ, ਇਹ ਫੋਰਸ ਦਾ ਨਾਮ ਕੀ ਹੈ, ਇਹਨੂੰ ਕੀ ਨਾਮ ਦੇਵਾਂਗੇ ਜੀ, ਵੀ ਵਿਲ ਕਾਲ ਇਟ ਮੈਗਨੈਟਿਕ ਫੋਰਸ, ਆ ਲਿਖਿਆ ਹੋਇਆ ਹੈ, ਓਕੇ, ਮੈਗਨੈਟਿਕ ਫੋਰਸ।
The magnetic force है ना, मतलब this is one of the example कि this is called as a non contact force। जब अपन पूछा जाता है give an example of non contact force, एक example देनी है, तो what we will call a magnetic force is a non contact force because it acts from a distance। एक दूरी तो ही लग जाती है, ਇਹਦੇ ਚ contact ਵਿੱਚ ਆਉਣ ਦੀ ਜ਼ਰੂਰਤ नहीं ਪੈਂਦੀ। ओके हो गया। सेकंड एक अपने को एग्जांपल है कि when a ball is dropped at height that is attracted towards earth, ਜਿਹਨੂੰ ਅਸੀਂ ਨਾਮ ਦੇਵਾਂਗੇ ਗ੍ਰੈਵਿਟੇਸ਼ਨਲ ਫੋਰਸ। ਇੱਕ ਫੋਰਸ ਦਾ ਨਾਮ ਹੈ ਗ੍ਰੈਵਿਟੇਸ਼ਨਲ ਫੋਰਸ, ਗ੍ਰੈਵਿਟੀ ਕਰਕੇ ਲੱਗਦੀ। ਗ੍ਰੈਵਿਟੀ ਦਾ ਮਤਲਬ ਤਾਂ ਤੁਸੀਂ ਪੜਿਆ ਹੋਊਗਾ ਹਨਾ, ਗੁਰੂਤਵਾਕਰਸ਼ਣ ਪੜਿਆ 9th ਵਿੱਚ ਪੜਿਆ ਹੋਏਗਾ, 10th ਵਿੱਚ ਕਿਤੇ ਨਾ ਕਿਤੇ ਪੜਿਆ ਹੋਏਗਾ। ਗੁਰੂਤਵਾਕਰਸ਼ਣ ਵੀ ਸਾਡੀ ਜਿਹੜੀ ਧਰਤੀ ਹੈ ਉਹ ਹਰ ਚੀਜ਼ ਨੂੰ ਆਪਦੇ ਵੱਲ ਖਿੱਚਦੀ ਹੈ ਨਾ, ਇਹ ਤਾਂ ਪਤਾ ਹੈ। ਕੋਈ ਵੀ ਚੀਜ਼ ਦੇਖੋ ਤੁਸੀਂ, ਕੋਈ ਬੋਲ ਪੈਨ ਹੈ ਤੁਹਾਡੇ ਹੱਥ ਚੋਂ ਨਿਕਲ ਜੇ ਨਾ, ਹੱਥ ਚੋਂ ਛੁੱਟ ਜੇ ਤਾਂ ਕਿੱਧਰ ਨੂੰ ਜਾਂਦਾ? ਸਿੱਧਾ ਥੱਲੇ। ਕੋਈ ਚਾਬੀ ਹੈ ਸਾਡੇ ਕੋਲ ਹੈ ਨਾ, ਉਹ ਹੱਥ ਚੋਂ ਛੱਲਾ ਨਿਕਲ ਜੇ ਜਾਂ ਛੱਡ ਦਈਏ ਤਾਂ ਕਿੱਧਰ ਜਾਊਗਾ? ਸਿੱਧਾ ਥੱਲੇ ਧਰਤੀ ਵੱਲ। ਠੀਕ ਹੈ, ਤਾਂ ਉਸ ਫੋਰਸ ਨੂੰ ਆਪਾਂ ਕੀ ਬੋਲਾਂਗੇ? ਗ੍ਰੈਵਿਟੇਸ਼ਨਲ ਫੋਰਸ, ਜਿਹੜੀ ਉਦੋਂ ਲੱਗ ਰਹੀ ਹੈ। ਜਿਵੇਂ ਦੇਖੋ ਆ ਇੱਕ ਟਰੀ ਆਪਾਂ ਸ਼ੋ ਕੀਤਾ ਹੈ, ਟਰੀ ਦੇ ਉੱਪਰ ਇਹ ਕੀ ਲੱਗੇ ਹੋਏ ਹੈ? ਥੀਸ ਆਰ ਐਪਲਸ। ਠੀਕ ਹੈ, ਹੁਣ ਜਿਵੇਂ ਐਪਲ ਟੁੱਟਦਾ ਹੈ ਇਹ ਕਿੱਧਰ ਜਾ ਰਿਹਾ ਹੈ? that is moving towards earth। ਇਹ ਐਪਲ ਜਿਹੜੇ ਹੈਗੇ ਆ, ਦੇਖੋ ਆ ਐਪਲ ਹੈ, ਇਹ ਕਿੱਧਰ ਨੂੰ ਜਾ ਰਿਹਾ? ਥੱਲੇ ਨੂੰ ਜਾ ਰਿਹਾ। ਠੀਕ ਹੈ, ਥੱਲੇ ਨੂੰ ਜਾ ਰਿਹਾ। ਇੱਥੇ ਕੀ ਹੈ ਸਾਡੀ? ਇੱਥੇ ਕੀ ਹੈ? ਅਰਥ ਹੈ। ਠੀਕ ਹੈ, ਓਕੇ, ਆ ਅਰਥ ਹੈ ਤੇ ਆ ਐਪਲ ਇੱਥੇ ਇਸ ਜਗ੍ਹਾ ਤੇ ਸੀਗਾ। ਹੁਣ ਐਪਲ ਤੇ ਅਰਥ ਦੇ ਵਿਚਾਲੇ ਕੋਈ ਕੰਟੈਕਟ ਨਹੀਂ ਹੈਗਾ, ਕੋਈ ਫੋਰਸ ਕੰਟੈਕਟ ਨਾਲ ਨਹੀਂ ਲਾ ਰਹੀ। ਅਰਥ ਇਹਦੇ ਕੰਟੈਕਟ ਵਿੱਚ ਆ ਕੇ ਫੋਰਸ ਨਹੀਂ ਲਾ ਰਹੀ, ਪਰੰਤੂ ਦੂਰੋਂ ਹੀ ਉਹਦੇ ਤੇ ਫੋਰਸ ਲਾ ਰਹੀ ਹੈ। ਜਿਵੇਂ ਐਪਲ ਇੱਥੋਂ ਟੁੱਟ ਜਾਂਦਾ ਹੈ ਉਹ ਸਿੱਧਾ ਥੱਲੇ ਨੂੰ ਆਉਂਦਾ ਹੈ। ਇਹਦਾ ਮਤਲਬ ਜੇ ਥੱਲੇ ਨੂੰ ਆ ਰਿਹਾ ਤਾਂ ਕੋਈ ਫੋਰਸ ਉਹਦੇ ਤੇ ਲੱਗ ਰਹੀ ਹੈ ਨਾ, ਉਹ ਮੋਸ਼ਨ 'ਚ ਆ ਗਿਆ ਤਾਂ ਕੋਈ ਫੋਰਸ ਲੱਗੀ। ਫੋਰਸ ਕਿੰਨੇ ਲਾਈ ਹੈ? ਅਰਥ ਨੇ ਲਾਈ ਹੈ। ਇਸ ਲਈ ਉਸ ਫੋਰਸ ਨੂੰ ਅਸੀਂ ਇੱਕ ਨਾਮ ਦਿੰਦੇ ਹਾਂ। ਕੀ ਨਾਮ ਦਿੰਦੇ ਹਾਂ? ਵੀ ਆਰ ਕਾਲਿੰਗ ਦਿਸ ਫੋਰਸ। ਇਹਦਾ ਨਾਮ ਕੀ ਹੈ? ਗ੍ਰੈਵਿਟੇਸ਼ਨਲ ਫੋਰਸ। ठीक है, तो ग्रेविटेशनल फोर्स भी एक एग्जांपल होगी। दिस इज आल्सो वन ऑफ द एग्जांपल कि केड़े वाली एग्जांपल होगी है? नॉन कॉन्टैक्ट फोर्स दी। दिस इज आल्सो कॉल्ड एज नॉन कॉन्टैक्ट फोर्स। वन वाज मैग्नेटिक फोर्स, अदर वन इज योर ग्रेविटेशनल फोर्स। ओके हो गया। तो दूसरी जिहड़ी ग्रेविटेशनल फोर्स है ये भी साडी की है, इनू असीं की कहांगे? नॉन कॉन्टैक्ट फोर्स। इज इट ओके? इत्थों तक क्लीयर है सारिਆਂ ਨੂੰ? कॉन्टैक्ट फोर्सिस, नॉन कॉन्टैक्ट फोर्सिस पता लग गया। ਇਸ ਤੋਂ ਪਹਿਲੇ ਅਸੀਂ ਗੱਲ ਕਰ ਰਹੇ ਸੀਗੇ ਵੀ ਸਾਡੇ ਕੋਲ ਜਿਹੜੀ ਐਕਸਟਰਨਲ ਫੋਰਸਾਂ ਨੂੰ ਲਾਣੀ ਪੈਂਦੀ ਹੈ ਹਮੇਸ਼ਾ ਜਦੋਂ ਵੀ ਦੋ ਬੋਡੀਜ਼ ਹੈ, ਕਿਸੇ ਬੋਡੀ ਨੇ ਮੂਵ ਕਰਨਾ ਹੈ ਜਾਂ ਕੋਈ ਬੋਡੀ ਪਹਿਲੇ ਮੂਵ ਕਰਦੀ ਵੀ ਉਹਨੂੰ ਰੈਸਟ ਵਿੱਚ ਲਿਆਉਣਾ ਤਾਂ ਸਾਨੂੰ ਕੋਈ ਨਾ ਕੋਈ ਐਕਸਟਰਨਲ ਫੋਰਸ ਲਾਣੀ ਪਊਗੀ। ਠੀਕ ਹੈ, ਫੋਰਸ ਦੇ ਬਾਰੇ ਅਸੀਂ ਗੱਲ ਕਰ ਲਈ ਵੀ ਫੋਰਸ ਦੋ ਤਰ੍ਹਾਂ ਨਾਲ ਲੱਗ ਸਕਦੀ ਹੈ, ਜਾਂ ਤਾਂ ਕੰਟੈਕਟ ਵਿੱਚ ਹੋ ਕੇ ਜਾਂ ਫਿਰ ਨੌਨ ਕੰਟੈਕਟ ਵਿੱਚ ਹੋ ਕੇ ਵੀ ਫੋਰਸ ਲੱਗ ਸਕਦੀ ਹੈ। ਉਹਨਾਂ ਦੀ ਅਸੀਂ ਐਗਜ਼ਾਮਪਲਸ ਦੇਖ ਲਈਆਂ। ਇੱਥੋਂ ਤੱਕ ਓਕੇ। ਨਾਓ ਨੈਕਸਟ ਟੌਪਿਕ ਇਜ਼ ਇਨਰਸ਼ੀਆ। ਵਾਟ ਇਜ਼ ਇਨਰਸ਼ੀਆ? ਇਨਰਸ਼ੀਆ ਦਾ ਕੀ ਮਤਲਬ ਹੈ ਜਾਂ ਇਨਰਸ਼ੀਆ ਅਸੀਂ ਕਿਹਨੂੰ ਕਹਿੰਦੇ ਆ? ਠੀਕ ਹੈ, ਤਾਂ ਇਨਰਸ਼ੀਆ ਕੀ ਚੀਜ਼ ਹੈ? ਦੇਖੋ, ਇਨਰਸ਼ੀਆ ਇਜ਼ ਦਾ ਰੈਜ਼ਿਸਟੈਂਸ ਆਫ ਏ ਬੋਡੀ ਟੂ ਚੇਂਜ ਇਟਸ ਸਟੇਟ ਆਫ ਮੋਸ਼ਨ। ਠੀਕ ਹੈ, ਇਹਨੂੰ ਜੇ ਅਸੀਂ ਗੱਲ ਕਰੀਏ ਨਾ ਵੀ ਚੇਂਜ ਦਾ ਸਟੇਟ, ਚੇਂਜ ਇਨ ਇਟਸ ਸਟੇਟ ਆਫ ਮੋਸ਼ਨ, ਇਹਨੂੰ ਅਸੀਂ ਇੱਕ ਵਾਰੀ ਆਹ ਵੀ ਚੀਜ਼ ਛੱਡ ਦਿੰਦੇ ਆ, ਸਟੇਟ ਆਫ ਮੋਸ਼ਨ ਨੂੰ ਵੀ। ਅਸੀਂ ਇੱਥੋਂ ਤੱਕ ਇੱਕ ਵਾਰੀ ਦੇਖਦੇ ਹਾਂ कि we will call inertia is the resistance of a body to change its state। आप एक बारी ਇੱਥੋਂ ਤੱਕ ਇਹਨੂੰ ਲੈਂਦੇ ਆ। ਠੀਕ ਹੈ, inertia ਦਾ ਮਤਲਬ ਕੀ ਹੈ? ਹੁਣ ਬੋਡੀ ਦੀ ਸਟੇਟ ਹੋ ਸਕਦੀ ਹੈ ਕੋਈ ਵੀ, ਦੋ ਸਟੇਟਸ ਹੋ ਸਕਦੀ ਹੈ ਨਾ, ਆਪਾਂ ਗੱਲ ਕੀਤੀ ਹੈ ਕਿਹੜੀ ਕਿਹੜੀਆਂ? ਮੋਸ਼ਨ ਜਾਂ ਰੈਸਟ। ਠੀਕ ਹੈ, inertia ਦਾ ਕੀ ਮਤਲਬ ਹੈ? ਵੀ ਜਿਹੜੀ ਵੀ ਬੋਡੀ ਹੈ ਉਹ ਆਪਦੀ ਸਟੇਟ ਨੂੰ ਬਦਲਣਾ ਨਹੀਂ ਚਾਹੁੰਦੀ। ਬੋਡੀ ਕੀ ਕਰੂਗੀ? ਰੈਜ਼ਿਸਟ ਕਰੂ। ਰੈਜ਼ਿਸਟ ਦਾ ਮਤਲਬ ਸਮਝਦੇ ਹੋ ਵੀ ਜਿਵੇਂ ਮੰਨ ਲਓ ਤੁਸੀਂ ਸਵੇਰ ਉੱਠੇ ਸੁੱਤੇ ਪਏ ਹੋ ਹਨਾ, ਸੋ ਰਹੇ ਹੋ, ਤਾਂ ਤੁਹਾਨੂੰ ਸਵੇਰ ਪੇਰੈਂਟਸ ਉਠਾਉਂਦੇ ਆ ਵੀ ਪੜ੍ਹ ਲਓ ਉੱਠ ਕੇ, ਤਾਂ ਆਪਾਂ ਕੀ ਕਰਦੇ ਹਾਂ? ਆਪਾਂ ਉੱਠਦੇ ਹੀ ਨਹੀਂ, ਰੈਜ਼ਿਸਟ ਆ ਕਰਦੇ ਹਾਂ ਵੀ ਨਹੀਂ, ਚਾਦਰ ਜੀ ਹੋਰ ਉੱਤੇ ਜਿਹਨੂੰ ਪਕੜ ਲਈ ਹਨਾ ਘੁੱਟ ਕੇ ਜੇ, ਤਾਂ ਆਪਾਂ ਕੀ ਕਰ ਰਹੇ ਹਾਂ ਉਦੋਂ? ਉਹ ਆਪਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਆਪਾਂ ਉੱਠਣਾ ਨਹੀਂ ਚਾਹ ਰਹੇ। ਠੀਕ ਹੈ,
ਆਪਾਂ ਸੋਣਾ ਚਾਹੁੰਦੇ ਹਾਂ ਔਰ ਆਪਾਂ ਉਸੇ ਸਟੇਟ ਵਿੱਚ ਰਹਿਣਾ ਚਾਹੁੰਦੇ ਹਾਂ ਜਿਹਦੇ 'ਚ ਆਪਾਂ ਹੈਗੇ ਸੀ। ਆਪਾਂ ਕਿਹੜੀ ਸਟੇਟ ਵਿੱਚ ਸੀਗੇ? ਸੋ ਰਹੇ ਸੀ, ਹੈ ਨਾ, ਤੁਸੀਂ ਰੈਸਟ ਕਰ ਰਹੇ ਸੀ। ਤੁਸੀਂ ਕੀ ਚਾਹੁੰਦੇ ਹੋ? ਵੀ ਮੈਂ ਨਹੀਂ ਉੱਠਣਾ, ਮੈਂ ਹਜੇ ਹੋਰ ਰੈਸਟ ਕਰਾਂ, ਹੈ ਨਾ, ਮੈਂ ਉਸੇ ਸਟੇਟ 'ਚ ਰਵਾਂ। ਮੈਂ ਮਤਲਬ ਵੀ ਆਪਾਂ ਬੈੱਡ ਦੇ ਉੱਪਰ ਸੁੱਤੇ ਹੋਏ ਹਾਂ ਤਾਂ ਆਪਾਂ ਚਾਹੁੰਦੇ ਹਾਂ ਮੈਂ ਸੁੱਤਾ ਹੀ ਰਵਾਂ, ਹੈ ਨਾ। ਪੇਰੈਂਟਸ ਕੀ ਚਾਹੁੰਦੇ ਪਏ ਹੈ? ਵੀ ਤੁਸੀਂ ਉੱਠ ਜਾਓ, ਹੈ ਨਾ, ਉੱਠ ਕੇ ਪੜ੍ਹ ਲਓ, ਬੈਠ ਜਾਓ। ਅਸੀਂ ਚਾਹੁੰਦੇ ਹਾਂ ਵੀ ਨਹੀਂ, ਅਸੀਂ ਸੋ ਹੀ ਜਾਈਏ। ਜਿਵੇਂ ਸਰਦੀਆਂ ਆ ਤਾਂ ਅਸੀਂ ਚਾਹੁੰਦੇ ਹਾਂ ਅਸੀਂ ਰਜਾਈ ਉੱਪਰ ਲੈ ਕੇ ਆਰਾਮ ਨਾਲ ਸੁੱਤੇ ਰਹੀਏ। ਤਾਂ ਉਦੋਂ ਅਸੀਂ ਕੀ ਕਰੀ ਜਾਂਦੇ ਹਾਂ? ਅਸੀਂ ਰੈਜ਼ਿਸਟੈਂਸ ਲਗਾ ਰਹੇ ਹਾਂ, ਅਸੀਂ ਮਤਲਬ ਉਹਦਾ ਵਿਰੋਧ ਕਰ ਰਹੇ ਹਾਂ। ਜਿਹੜੀ ਚੀਜ਼ ਸਾਨੂੰ ਉਠਾਉਣਾ ਚਾਹੁੰਦੀ ਪਈ ਹੈ, ਸਾਨੂੰ ਸਾਡੇ ਪੇਰੈਂਟਸ ਉਠਾਉਣਾ ਚਾਹੁੰਦੇ ਪਏ ਹੈ, ਅਸੀਂ ਉਹਨਾਂ ਦਾ ਵਿਰੋਧ ਕਰਦੇ ਪਏ, ਰੈਜ਼ਿਸਟ ਕਰਦੇ ਪਏ ਹਾਂ। ਠੀਕ ਹੈ, ਅਸੀਂ ਉਸੇ ਸਟੇਟ 'ਚ ਰਹਿਣਾ ਚਾਹੁੰਦੇ ਪਏ ਜਿਹੜੀ 'ਚ ਅਸੀਂ ਹੈਗੇ ਹਾਂ। ਓਕੇ, ਤਾਂ ਸੇਮ ਉਸ ਪ੍ਰੋਪਰਟੀ ਨੂੰ ਕੀ ਆਪਾਂ ਕਵਾਂਗੇ? ਵੀ ਵਿਲ ਕਾਲ ਇਟ ਇਨਰਸ਼ੀਆ। ਕੀ ਕਵਾਂਗੇ? ਇਨਰਸ਼ੀਆ। ਠੀਕ ਹੈ, ਮੈਨੂੰ ਇਹਦਾ ਪੰਜਾਬੀ 'ਚ ਇਹ ਤੁਸੀਂ ਪੜ੍ਹਿਆ ਜ਼ਰੂਰ ਹੋਊਗਾ, ਮੈਨੂੰ ਕਈ ਵਾਰੀ ਨਾ ਧਿਆਨ ਨਹੀਂ ਆਉਂਦਾ ਸ਼ਬਦ ਪੰਜਾਬੀ 'ਚ ਇਹਨਾਂ ਨੂੰ ਕੀ ਕਹਿੰਦੇ ਸੀਗੇ। ਜੜਤਾ, ਜਾਂ ਜੜਤਾ ਕਹਿੰਦੇ ਪੰਜਾਬੀ 'ਚ, ਹੈ ਨਾ, ਕਿਤੇ ਤੁਸੀਂ ਪੜ੍ਹਿਆ ਹੋਊਗਾ ਜ਼ਰੂਰ, ਜੜਤਾ। ਠੀਕ ਹੈ, ਤਾਂ ਇੱਥੇ ਥੱਲੇ ਉਹੀ ਗੱਲ ਲਿਖੀ ਹੈ, ਏ ਬੋਡੀ ਐਟ ਰੈਸਟ। ਠੀਕ ਹੈ, ਬੋਡੀ ਐਟ ਰੈਸਟ ਵਾਂਟਸ ਟੂ ਬੀ ਐਟ ਰੈਸਟ। ਜਿਹੜੀ ਬੋਡੀ ਰੈਸਟ ਵਿੱਚ ਹੈ ਉਹ ਕੀ ਚਾਹੁੰਦੀ ਹੈ? ਮੈਂ ਰੈਸਟ ਵਿੱਚ ਹੀ ਰਵਾਂ। ਐਂਡ ਇਹਦਾ ਉਲਟ ਵੀ ਹੈ, ਜੇਕਰ ਕੋਈ ਬੋਡੀ ਪਹਿਲੇ ਮੋਸ਼ਨ 'ਚ ਹੈ ਉਹ ਚਾਹੁੰਦੀ ਹੈ ਮੈਂ ਕਾਹਦੇ 'ਚ ਰਵਾਂ? ਮੋਸ਼ਨ 'ਚ ਹੀ ਰਵਾਂ। ਹੁਣ ਜਿਹੜੀ ਪਹਿਲੀ ਚੀਜ਼ ਹੈ, ਆਹ ਪਹਿਲੀ ਚੀਜ਼ ਹੈ ਨਾ, ਰੈਸਟ ਵਾਲੀ ਚੀਜ਼ ਰੈਸਟ 'ਚ ਰਹਿਣਾ ਚਾਹੁੰਦੀ ਹੈ। ਆਹ ਦੂਸਰੀ ਚੀਜ਼ ਹੈ, ਮੋਸ਼ਨ ਵਾਲੀ ਚੀਜ਼ ਮੋਸ਼ਨ 'ਚ ਹੀ ਰਹਿਣਾ ਚਾਹੁੰਦੀ ਹੈ। ਐਸ ਪ੍ਰੋਪਰਟੀ ਨੂੰ ਆਪਾਂ ਕੀ ਬੋਲ ਰਹੇ ਹਾਂ? ਵੀ ਆਰ ਕਾਲਿੰਗ ਦਿਸ ਐਜ਼ ਇਨਰਸ਼ੀਆ, ਜਿਹਨੂੰ ਪੰਜਾਬੀ 'ਚ ਆਪਾਂ ਕੀ ਬੋਲਦੇ ਸੀ ਬੇਟਾ? ਜੜਤਾ। ਓਕੇ ਹੋ ਗਿਆ? ਕਲੀਅਰ ਹੋ ਗਿਆ ਇੰਨੀ ਗੱਲ? ਹੁਣ ਦੇਖੋ, ਜਿਹੜੀ ਆਹ ਵਾਲੀ ਪਹਿਲੀ ਚੀਜ਼ ਹੈ ਰੈਸਟ ਵਾਲੀ, ਇਹ ਤਾਂ ਤੁਸੀਂ ਬੜੀ ਵਾਰੀ ਐਕਸਪੀਰੀਅੰਸ ਕੀਤੀ ਹੋਊਗੀ। ਟੇਬਲ ਦੇ ਉੱਪਰ ਤੁਹਾਡੀ ਬੁੱਕ ਪਈ ਹੈ, ਤਾਂ ਉਹ ਬੁੱਕ ਰੈਸਟ ਵਿੱਚ ਹੈ ਤਾਂ ਉਹ ਰੈਸਟ ਵਿੱਚ ਹੀ ਹੈ ਨਾ। ਤੁਸੀਂ ਉਹਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਉਹਦੇ ਥੋੜੀ ਜਿਹੀ ਫੋਰਸ ਲਾਉਂਦੇ ਹੋ, ਉਹਨੂੰ ਆਪਾਂ ਮੰਨ ਲਓ ਪੁਸ਼ ਕਰਦੇ ਹਾਂ ਜਾਂ ਪੁੱਲ ਕਰਦੇ ਹਾਂ, ਤਾਂ ਉਹ ਬੋਡੀ ਕੀ ਹੋ ਜਾਂਦੀ ਹੈ? ਥੋੜਾ ਜਿਹਾ ਅਗਾਂਹ ਨੂੰ ਖਿਸਕ ਜਾਂਦੀ ਹੈ। ਜਿਹੜੀ ਤੁਹਾਡੀ ਬੁੱਕ ਹੈ ਉਹ ਅੱਗੇ ਨੂੰ ਚਲੀ ਜਾਂਦੀ ਹੈ, ਮਤਲਬ ਉਹ ਮੋਸ਼ਨ 'ਚ ਆ ਜਾਂਦੀ ਹੈ ਜਦੋਂ ਤੁਸੀਂ ਉਹਦੇ 'ਤੇ ਫੋਰਸ ਲਾਉਂਦੇ ਹੋ। ਠੀਕ ਹੈ, ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਤੁਹਾਡੇ ਰੂਮ ਦੇ ਅੰਦਰ ਜਿਹੜਾ ਬੈੱਡ ਹੈ ਵੱਡਾ, ਉਹ ਪਿਆ ਹੋਊਗਾ। ਤੁਸੀਂ ਪਹਿਲੇ ਫੋਰਸ ਕਿਹਦੇ 'ਤੇ ਲਾਈ ਸੀ? ਬੁੱਕ 'ਤੇ ਲਾਤੀ ਸੀ, ਜਿਹੜੀ ਟੇਬਲ 'ਤੇ ਪਈ ਸੀ। ਬੁੱਕ ਉੱਥੋਂ ਆਪਦੀ ਪੋਜੀਸ਼ਨ ਉਹਦੀ ਚੇਂਜ ਹੋ ਗਈ, ਬੁੱਕ ਦੀ, ਉਹ ਅੱਗੇ ਨੂੰ ਖਿਸਕ ਗਈ, ਮਤਲਬ ਉਹ ਮੋਸ਼ਨ 'ਚ ਆ ਗਈ। ਠੀਕ ਹੈ, ਹੁਣ ਬੈੱਡ ਹੈ, ਤੁਸੀਂ ਬੈੱਡ ਦੇ ਉੱਪਰ ਫੋਰਸ ਲਾਤੀ, ਤੁਸੀਂ ਸੋਚਿਆ ਮੈਂ ਬੈੱਡ ਨੂੰ ਵੀ ਪਰਾਂ ਐਂ ਕਰ ਦੂੰਗੀ, ਮੈਂ ਤਾਂ ਬੁੱਕ ਨੂੰ ਪਰਾਂ ਕਰ ਸਕਦੀ ਹਾਂ। ਤੇ ਬੈੱਡ 'ਤੇ ਫੋਰਸ ਲਾਈ, ਬੈੱਡ ਹੋ ਗਿਆ ਪਰਾਂ? ਨਹੀਂ ਹੁੰਦਾ, ਹੈ ਨਾ। ਫਿਰ ਵੀ ਅਸੀਂ ਜੇ ਮੰਨ ਲਓ ਕਦੇ ਆਪਾਂ ਨੂੰ ਜ਼ਰੂਰਤ ਪਵੇ, ਆਪਾਂ ਹੈ ਨਾ ਬੈੱਡ ਨੂੰ ਇੱਕ ਰੂਮ ਤੋਂ ਦੂਜੇ ਰੂਮ 'ਚ ਸ਼ਿਫਟ ਕਰਨਾ ਹੈ, ਜਾਂ ਅਸੀਂ ਘਰੇ ਕੋਈ ਸਫਾਈ ਕਰਨੀ ਹੈ, ਤਾਂ ਫਿਰ ਅਸੀਂ 2-3 ਜਣੇ ਲੱਗਦੇ ਹਾਂ, ਹੈ ਨਾ, ਬੈੱਡ ਨੂੰ ਫੋਰਸ ਲਾਉਂਦੇ ਹਾਂ। ਤਾਂ ਹੋ ਸਕਦਾ ਅਸੀਂ ਉਹਨੂੰ ਥੋੜ੍ਹਾ ਮੂਵ ਕਰਵਾ ਦਈਏ, ਫਿਰ ਹੋ ਸਕਦਾ ਅਸੀਂ ਥੋੜ੍ਹਾ ਜਿਹਾ ਮੂਵ ਕਰਵਾ ਦਈਏ ਫੋਰਸ ਜ਼ਿਆਦਾ ਲਾਉਣ 'ਤੇ। ਤੀਸਰੀ ਐਗਜ਼ਾਮਪਲ ਹੈ, ਇੱਕ ਦੀਵਾਰ ਹੈ ਤੁਹਾਡੇ ਘਰ ਦੀ। ਹੁਣ ਉਸ ਦੀਵਾਰ 'ਤੇ ਭਾਵੇਂ ਆਪਾਂ 5 ਜਣੇ ਵੀ ਧੱਕਾ ਲਾਉਣ ਲੱਗ ਜਾਈਏ, ਆਪਾਂ ਗੁਆਂਢੀਆਂ ਦੇ ਪਾਸੇ ਨੂੰ ਕਰ ਦਈਏ, ਆਪਾਂ ਆਪਦਾ ਘਰ ਵੱਡਾ ਕਰ ਲਈਏ, ਤਾਂ ਆਪਾਂ ਨਹੀਂ ਕਰ ਪਾਉਂਦੇ। ਠੀਕ ਹੈ, ਤਿੰਨਾਂ ਕੇਸਿਸ ਵਿੱਚ ਇਨਰਸ਼ੀਆ ਲੱਗਿਆ ਸੀ। ਬੁੱਕ ਵਿੱਚ ਵੀ ਇਨਰਸ਼ੀਆ ਲੱਗਿਆ ਸੀ, ਬੈੱਡ ਦਾ ਵੀ ਇਨਰਸ਼ੀਆ ਸੀ, ਦੀਵਾਰ ਦਾ ਵੀ ਇਨਰਸ਼ੀਆ ਸੀ। ਤਿੰਨੋਂ ਬੋਡੀਜ਼ ਜੇ ਪਹਿਲਾਂ ਰੈਸਟ ਵਿੱਚ ਸੀਗੀਆਂ, ਉਹ ਕੀ ਚਾਹੁੰਦੀਆਂ ਸੀ? ਅਸੀਂ ਰੈਸਟ ਵਿੱਚ ਰਹੀਏ। ਬੁੱਕ ਦੇ ਉੱਤੇ ਜੇ ਤੁਸੀਂ ਬਹੁਤ ਥੋੜੀ ਜਿਹੀ ਫੋਰਸ ਲਾਓ, ਬਿਲਕੁਲ ਐ ਲਾਈਟ ਜੀ, ਤਾਂ ਉਹ ਵੀ ਮੂਵ ਨਹੀਂ ਕਰਦੀ, ਉਹ ਚਾਹੁੰਦੀ ਹੈ ਮੈਂ ਰੈਸਟ ਵਿੱਚ ਆ ਤਾਂ ਮੈਂ ਰੈਸਟ ਵਿੱਚ ਰਵਾਂ। ਪਰੰਤੂ ਜਦੋਂ ਅਸੀਂ ਜ਼ਿਆਦਾ ਹੀ ਫੋਰਸ ਲਾ ਦਿੰਦੇ, ਜਿਵੇਂ ਸਾਡੇ ਪੇਰੈਂਟਸ ਹੈ, ਅਸੀਂ ਚਾਹੁੰਦੇ ਸੀ ਵੀ ਅਸੀਂ ਸੁੱਤੇ ਰਹੀਏ, ਅਸੀਂ ਉਸੇ ਸਟੇਟ 'ਚ ਰਹੀਏ, ਪਰ ਜੇ ਤਾਂ ਥੋੜ੍ਹਾ ਜਿਹਾ ਫੋਰਸ ਲਾਉਣ ਪੇਰੈਂਟਸ ਸਾਨੂੰ, ਥੋੜ੍ਹਾ ਜਿਹਾ ਕਰਨ ਹੈ ਨਾ ਕੋਸ਼ਿਸ਼, ਤਾਂ ਅਸੀਂ ਸੁੱਤੇ ਰਹਿੰਦੇ ਹਾਂ, ਮੰਮੀ ਉੱਠ ਪਊਗੀ, ਕੋਈ ਨਹੀਂ, ਠਹਿਰ ਕੇ ਉੱਠਾਂਗੇ, ਹੈ ਨਾ, ਐਂ ਕਰਦੇ ਹਾਂ। ਪਰੰਤੂ ਜੇ ਕਦੇ ਜ਼ਿਆਦਾ ਫੋਰਸ ਲੱਗ ਜੇ, ਹੈ ਨਾ, ਪੇਰੈਂਟਸ ਵਾਹਵਾ ਗਰਮੀ ਨਾਲ ਕਹਿ ਦੇਣ ਵੀ ਪੜ੍ਹ ਲਓ ਹੁਣ ਉੱਠ ਕੇ, ਹੈ ਨਾ, ਜਲਦੀ, ਤਾਂ ਫਿਰ ਅਸੀਂ ਉੱਠ ਵੀ ਪੈਂਦੇ ਹਾਂ।
ਪਰੰਤੂ ਇੱਕ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ, ਇੱਕ ਵਾਰੀ ਅਸੀਂ ਰੈਜ਼ਿਸਟ ਕਰਦੇ ਹਾਂ, ਉਸ ਨੂੰ ਅਸੀਂ ਇਨਰਸ਼ੀਆ ਕਹਿੰਦੇ ਹਾਂ। ਰੈਜ਼ਿਸਟ ਦਾ ਮਤਲਬ ਇਹ ਨਹੀਂ ਹੈਗਾ ਵੀ ਬੋਡੀ ਹਿੱਲੂਗੀ ਨਹੀਂ ਜਾਂ ਰੈਸਟ ਵਿੱਚ ਹੈਗੀ ਹੈ ਤਾਂ ਉਹਨੇ ਮੋਸ਼ਨ 'ਚ ਆਉਣਾ ਹੀ ਨਹੀਂਗਾ, ਹਮੇਸ਼ਾ ਹੀ ਰੈਸਟ 'ਚ ਰਹੂਗੀ, ਐ ਨਹੀਂ। ਉਹ ਕੋਸ਼ਿਸ਼ ਕਰੂਗੀ ਮੈਂ ਰੈਸਟ ਵਿੱਚ ਰਵਾਂ, ਜਿੰਨੀ ਕੋ ਕੋਸ਼ਿਸ਼ ਕਰ ਸਕਦੀ ਹੈ। ਬੁੱਕ ਵਿਚਾਰੀ ਥੋੜੀ ਜੀ ਕੋਸ਼ਿਸ਼ ਕਰ ਸਕਦੀ ਸੀ ਤਾਂ ਉਹਨੇ ਥੋੜੀ ਜੀ ਕੋਸ਼ਿਸ਼ ਕੀਤੀ, ਤੁਸੀਂ ਜਦੋਂ ਥੋੜੀ ਜੀ ਫੋਰਸ ਲਾਈ ਉਹ ਵਿਚਾਰੀ ਚੱਲਣ ਲੱਗ ਗਈ। ਬੈੱਡ ਉਸ ਤੋਂ ਜ਼ਿਆਦਾ ਕੋਸ਼ਿਸ਼ ਕਰ ਸਕਦਾ ਸੀਗਾ, ਬੈੱਡ ਨੇ ਉਸ ਤੋਂ ਜ਼ਿਆਦਾ, ਤੁਹਾਡੇ ਇਕੱਲਿਆਂ ਤੋਂ ਤਾਂ ਹਿੱਲਿਆ ਹੀ ਨਹੀਂ। ਉਹ ਕਹਿੰਦਾ ਮੈਂ ਤਾਂ ਨਹੀਂ ਹਿੱਲਦਾ, ਜਾਓ ਕਰ ਲਓ, ਲਾ ਲਓ ਜ਼ੋਰ। ਫਿਰ ਅਸੀਂ 2 ਜਣੇ ਲੱਗ ਗਏ, ਫਿਰ ਵੀ ਨਹੀਂ ਹਿੱਲਿਆ। ਫਿਰ ਅਸੀਂ 3-4 ਜਣੇ ਲੱਗੇ ਤਾਂ ਵਿਚਾਰਾ ਹਿੱਲਣ ਲੱਗ ਗਿਆ, ਕਿਉਂਕਿ ਜਿੰਨਾ ਕੋ ਰੈਜ਼ਿਸਟ ਕਰ ਸਕਦਾ ਸੀ ਉਨਾ ਕੁ ਕਰੂਗਾ। ਦੀਵਾਰ 4 ਜਣਿਆਂ ਨਾਲ ਵੀ ਨਹੀਂ ਹਿਲਦੀ, 5 ਜਣਿਆਂ ਨਾਲ ਵੀ ਨਹੀਂ ਹਿਲਦੀ, 10 ਜਣਿਆਂ ਨਾਲ ਵੀ ਨਹੀਂ ਹਿਲਦੀ, ਕਿਉਂਕਿ ਉਹਦਾ ਇਨਰਸ਼ੀਆ ਬਹੁਤ ਜ਼ਿਆਦਾ ਹੈ। ਠੀਕ ਹੈ, ਇਹਦਾ ਮਤਲਬ ਵੀ ਹਰ ਬੋਡੀ ਵਿੱਚ ਇਨਰਸ਼ੀਆ ਤਾਂ ਜ਼ਰੂਰ ਹੋਊਗਾ। ਜਿਹੜੀ ਬੋਡੀ ਰੈਸਟ ਵਿੱਚ ਹੈ ਉਹ ਚਾਹੁੰਦੀ ਹੈ ਮੈਂ ਰੈਸਟ ਵਿੱਚ ਰਵਾਂ, ਐਵੇਂ ਜਿਹੜੀ ਬੋਡੀ ਮੋਸ਼ਨ 'ਚ ਹੈ ਉਹ ਕੀ ਚਾਹੁੰਦੀ ਹੈ ਮੈਂ ਮੋਸ਼ਨ 'ਚ ਰਵਾਂ। ਇਹਦੀ ਐਗਜ਼ਾਮਪਲ ਕੋਈ ਸੋਚ ਕੇ ਦੱਸੋ। ਰੈਸਟ ਵਾਲੀਆਂ ਤਾਂ ਵਾਧੂ ਚੀਜ਼ਾਂ ਨਾ, ਜਿਹੜੀ ਚੀਜ਼ ਪਈ ਹੈ ਦੇਖੋ ਰੈਸਟ ਵਿੱਚ, ਉਹ ਆਪੇ ਤਾਂ ਮੋਸ਼ਨ 'ਚ ਨਹੀਂ ਆਉਂਦੀ, ਉਹ ਰੈਸਟ ਵਿੱਚ ਹੀ ਰਹਿੰਦੀ ਪਈ ਹੈ। ਤੁਸੀਂ ਬੁੱਕ ਹੈ, ਉਹ ਜਦ ਤੱਕ ਤੁਸੀਂ ਫੋਰਸ ਨਹੀਂ ਲਾਈ ਸੀ ਉਹ ਰੈਸਟ ਵਿੱਚ ਹੀ ਸੀਗੀ, ਹੈ ਨਾ। ਉਹ ਚਾਹੁੰਦੀ ਸੀ ਮੈਂ ਰੈਸਟ 'ਚ ਹੀ ਰਵਾਂ ਤਾਂ ਉਹ ਰੈਸਟ 'ਚ ਹੀ ਰਹੀ ਜਾਂਦੀ ਸੀ, ਹੈ ਨਾ। ਹੁਣ ਮੈਨੂੰ ਇਹ ਦੱਸੋ ਵੀ ਜੇਕਰ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਬੋਡੀ ਪਹਿਲਾਂ ਮੋਸ਼ਨ 'ਚ ਹੋਵੇ ਤੇ ਉਹ ਮੋਸ਼ਨ 'ਚ ਹੀ ਰਹਿਣਾ ਚਾਹੁੰਦੀ ਹੋਵੇ ਵੀ ਮੈਂ ਤਾਂ ਮੋਸ਼ਨ 'ਚ ਹੀ ਰਹੂੰਗੀ, ਮੈਂ ਨਹੀਂ ਰੁਕਦੀ, ਕੋਈ ਇਹੋ ਜਿਹੀ ਐਗਜ਼ਾਮਪਲ ਹੈ ਆਪਣੇ ਕੋਲ? we have different examples of this kind also, ਇਹੋ ਜਿਹੀਆਂ ਵੀ ਆਪਣੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਹੈ। ਤੁਹਾਡੇ ਰੂਮ 'ਚ ਫੈਨ ਲੱਗਿਆ ਹੋਣਾ, ਫੈਨ ਚੱਲੀ ਜਾਂਦਾ ਹੋਣਾ ਹੁਣ ਐਟ ਪ੍ਰੈਜ਼ੈਂਟ ਵੀ। ਤੁਸੀਂ ਮੰਨ ਲਓ ਉਹਦਾ ਸਵਿਚ ਹੈ, ਉਹਨੂੰ ਆਫ ਕਰ ਦਿਓ। ਸਵਿਚ ਆਫ ਕਰਨ ਦਾ ਮਤਲਬ ਕੀ ਹੈ? ਫੈਨ ਕਿਉਂ ਚੱਲ ਰਿਹਾ? ਡਿਊ ਟੂ ਇਲੈਕਟ੍ਰਿਸਿਟੀ, ਜਿਹੜੀ ਆਪਾਂ ਨੂੰ ਇਲੈਕਟ੍ਰਿਕ ਸਪਲਾਈ ਦਿੰਦੇ ਪਏ ਉਹਦੇ ਕਰਕੇ ਚੱਲ ਰਿਹਾ। ਜਿਵੇਂ ਆਪਾਂ ਸਵਿਚ ਬੰਦ ਕਰਤਾ, ਉਹਨੂੰ ਇਲੈਕਟ੍ਰਿਸਿਟੀ ਜਿਹੜੀ ਆਪਾਂ ਦਿੰਦੇ ਪਏ ਸੀ ਉਹ ਬੰਦ ਹੋ ਗਈ, ਜਿਹੜੀ ਚੀਜ਼ ਉਹਨੂੰ ਚਲਾ ਰਹੀ ਸੀ ਉਹ ਆਪਾਂ ਦੇਣੀ ਬੰਦ ਕਰਤੀ, ਫਿਰ ਵੀ ਫੈਨ ਘੁੰਮਦਾ ਪਿਆ ਨਾ। ਬਟਨ ਬੰਦ ਕਰ ਦਿੰਦੇ ਆ ਫਿਰ ਵੀ ਥੋੜੀ ਦੇਰ ਘੁੰਮਦਾ ਰਹਿੰਦਾ ਹੈ। ਵਾਈ? ਡਿਊ ਟੂ ਇਨਰਸ਼ੀਆ। ਉਹ ਪਹਿਲੇ ਕਿਵੇਂ ਹੈ, ਹੁਣ ਕਿਹੜੀ ਸਟੇਟ ਵਿੱਚ ਹੈਗਾ? ਮੋਸ਼ਨ 'ਚ ਹੈ, ਮੋਸ਼ਨ 'ਚ ਹੈ ਨਾ। ਤਾਂ ਜਦੋਂ ਆਪਾਂ ਸਵਿਚ ਵੀ ਬੰਦ ਕਰਤਾ ਹੁੰਦਾ, ਉਹਨੂੰ ਜਿਹੜੀ ਇਲੈਕਟ੍ਰਿਕ ਸਪਲਾਈ ਦਿੰਦੇ ਪਏ ਸੀ ਉਹ ਆਪਾਂ ਬੰਦ ਕਰਤੀ, ਉਹਨੂੰ ਨਾਲ ਦੀ ਨਾਲ ਰੁਕ ਜਾਣਾ ਚਾਹੀਦਾ, ਕਿਉਂਕਿ ਜਿਹੜੀ ਚੀਜ਼ ਉਹਨੂੰ ਚਲਾ ਰਹੀ ਸੀ ਉਹ ਮਿਲਣੀ ਬੰਦ ਹੋ ਗਈ। ਜਿਵੇਂ ਤੁਸੀਂ ਸਵਿਚ ਬੰਦ ਕਰੋ ਉੱਥੇ ਹੀ ਖੜ ਜਾਂਦਾ ਉਹ, ਪਰ ਉਹ ਨਹੀਂ ਖੜਦਾ। ਉਹ ਕੀ ਕਰਦਾ ਪਿਆ? ਉਹ ਘੁੰਮਦਾ ਪਿਆ ਹਜੇ ਵੀ, ਹਜੇ ਵੀ, ਹਜੇ ਵੀ, ਹਜੇ ਵੀ। ਕਿਉਂ? ਕਿਉਂਕਿ ਉਹ ਕੀ ਕਹਿੰਦਾ ਹੈ? ਉਹ ਚਾਹੁੰਦਾ ਹੈ ਵੀ ਮੈਂ ਤਾਂ ਨਹੀਂ ਰੁਕਦਾ, ਮੈਂ ਤਾਂ ਨਹੀਂ ਰੁਕਦਾ, ਮੈਂ ਤਾਂ ਚੱਲੂੰਗਾ, ਮੈਂ ਤਾਂ ਪਹਿਲੇ ਚੱਲੀ ਜਾਂਦਾ ਸੀ, ਮੈਂ ਤਾਂ ਹੁਣ ਵੀ ਚੱਲੂੰਗਾ। ਪਰੰਤੂ ਹੌਲੀ ਹੌਲੀ ਜਿਹੜੀ ਹਵਾ ਹੈ ਨਾ, ਤੁਹਾਡੇ ਰੂਮ ਵਿੱਚ ਏਅਰ ਹੈ, ਉਹ ਵਿੱਚੋਂ ਦੀ ਜਦੋਂ ਐ ਘੁੰਮਦਾ ਪਿਆ ਉਸ ਏਅਰ ਵਿੱਚ, ਤਾਂ ਉਹ ਰੈਜ਼ਿਸਟੈਂਸ ਲੱਗਦੀ ਪਈ, ਇੱਕ ਫੋਰਸ ਲੱਗਦੀ ਪਈ ਹੈ ਉਹਦੇ 'ਤੇ। ਉਹ ਫੋਰਸ ਹੌਲੀ ਹੌਲੀ ਉਹਨੂੰ ਰੋਕ ਰਹੀ ਹੈ। ਜੇ ਉਹ ਫੋਰਸ ਨਾ ਹੋਵੇ, ਰੈਜ਼ਿਸਟੈਂਸ ਨਾ ਲੱਗੇ, ਤਾਂ ਉਹ ਬੋਡੀ ਹਮੇਸ਼ਾ ਹੀ ਮੋਸ਼ਨ 'ਚ ਰਹੂਗੀ, ਉਹਨੇ ਰੁਕਣਾ ਨਹੀਂ ਫਿਰ ਕਦੇ ਵੀ। ਤਾਂ ਫਿਰ ਆਪਣੀ ਉਹੀ ਗੱਲ ਹੋ ਜੂਗੀ, ਦ ਮੋਸ਼ਨ, ਏ ਬੋਡੀ ਇਨ ਮੋਸ਼ਨ ਵਾਂਟਸ ਟੂ ਬੀ ਇਨ ਦ ਸਟੇਟ ਆਫ ਮੋਸ਼ਨ। ਇਨਰਸ਼ੀਆ ਕਰਕੇ ਜਿਹੜੀ ਬੋਡੀ ਹੈ ਉਹ ਮੋਸ਼ਨ ਵਾਲੀ ਬੋਡੀ ਮੋਸ਼ਨ 'ਚ ਹੀ ਰਹਿਣਾ ਚਾਹੁੰਦੀ ਹੈ, ਰੈਸਟ ਵਾਲੀ ਬੋਡੀ ਰੈਸਟ ਵਿੱਚ ਹੀ ਰਹਿਣਾ ਚਾਹੁੰਦੀ ਹੈ। ਇਹ ਆਪਣੇ ਕੋਲ 2 ਟਾਈਪ ਦਾ ਇਨਰਸ਼ੀਆ ਆਪਾਂ ਕਹਿ ਸਕਦੇ ਹਾਂ, ਇਨਰਸ਼ੀਆ ਆਫ ਰੈਸਟ ਐਂਡ ਇਨਰਸ਼ੀਆ ਆਫ ਮੋਸ਼ਨ। ਇਜ਼ ਇਟ ਓਕੇ? ਇੱਥੋਂ ਤੱਕ ਗੱਲ ਕਲੀਅਰ ਹੋ ਗਈ? ਠੀਕ ਹੈ। ਐਸੇ ਦੇਖੋ, ਹੈਵ ਯੂ ਐਕਸਪੀਰੀਅੰਸ ਜਰਕ ਵੈਨ ਬ੍ਰੇਕਸ ਆਰ ਸਡਨਲੀ ਅਪਲਾਈਡ ਟੂ ਦਾ ਵਹੀਕਲ। ਜਿਵੇਂ ਆਪਾਂ ਵਹੀਕਲ ਨੂੰ ਬ੍ਰੇਕ ਲਾਉਂਦੇ ਹਾਂ, ਇੱਕੋ ਦਮ ਆਪਾਂ ਨੂੰ ਝਟਕਾ ਜਿਹਾ ਲੱਗਦਾ ਹੈ ਨਾ। ਕਾਰਨ ਕੀ ਹੈ? ਵੀ ਆਪਾਂ ਵਹੀਕਲ ਮੰਨ ਲਓ ਆਪਣਾ ਚੱਲੀ ਜਾਂਦਾ ਸੀ, ਫੋਰ ਐਗਜ਼ਾਮਪਲ ਆਪਾਂ ਇੱਦਾਂ ਲੈਂਦੇ ਹਾਂ ਕਿ ਵਹੀਕਲ ਆਪਣਾ ਇੱਧਰ ਨੂੰ ਜਾ ਰਿਹਾ ਸੀਗਾ, ਐਂ ਕਰਕੇ ਚੱਲ ਰਿਹਾ ਸੀ ਇੱਧਰਲੇ ਪਾਸੇ ਨੂੰ, ਠੀਕ ਹੈ, ਚੱਲ ਰਿਹਾ। ਤਾਂ ਆਪਾਂ ਬੈਠੇ ਹਾਂ, ਆਪਾਂ ਵੀ ਇੱਧਰ ਨੂੰ ਜਾਂਦੇ ਪਏ, ਆਪਾਂ ਵੀ ਮੋਸ਼ਨ 'ਚ ਆ ਵਹੀਕਲ ਦੇ ਨਾਲ, ਕਿਉਂਕਿ ਵਹੀਕਲ ਮੋਸ਼ਨ 'ਚ ਸਾਡਾ, ਅਸੀਂ ਵਹੀਕਲ 'ਚ ਬੈਠੇ ਹਾਂ ਤਾਂ ਵੀ ਆਰ ਆਲਸੋ ਇਨ ਮੋਸ਼ਨ। ਹੁਣ ਇੱਥੇ ਅੱਗੇ ਕੋਈ ਚੀਜ਼ ਆ ਗਈ, ਸਪੋਜ਼ ਕਰੋ ਇਸ ਜਗ੍ਹਾ 'ਤੇ ਕੋਈ ਇੱਦਾਂ ਦੀ ਚੀਜ਼ ਆ ਗਈ ਵੀ ਸਾਨੂੰ ਵਹੀਕਲ ਨੂੰ ਰੋਕਣਾ ਪਊਗਾ ਇੱਥੇ ਆ ਕੇ ਇੱਕੋ ਦਮ। ਜਦੋਂ ਵਹੀਕਲ ਸਾਡਾ ਇਸ ਜਗ੍ਹਾ 'ਤੇ ਪਹੁੰਚਿਆ ਤਾਂ ਅਸੀਂ ਕੀ ਲਗਾਤੀ? ਬ੍ਰੇਕ ਲਾਤੀ। ਇੱਥੇ ਬ੍ਰੇਕ ਲਾਵਾਂਗੇ ਤਾਂ ਵਹੀਕਲ ਸਾਡਾ ਰੁਕ ਜੂਗਾ। ਇਹ ਤਾਂ ਕਿਉਂਕਿ ਬ੍ਰੇਕ ਦੇ ਨਾਲ ਇਹਨੇ ਤਾਂ ਰੁਕ ਹੀ ਜਾਣਾ ਨਾ, ਆਪਾਂ ਫੋਰਸ ਲਾਈਏ ਇਹਨੇ ਰੁਕ ਜਾਣਾ। ਪਰੰਤੂ ਸਾਡੀ ਬੋਡੀ ਕੀ ਚਾਹੂਗੀ? ਸਾਡੀ ਬੋਡੀ ਪਹਿਲੇ ਮੋਸ਼ਨ 'ਚ ਸੀ, ਕਿੱਧਰਲੇ ਪਾਸੇ ਨੂੰ? ਅੱਗੇ ਨੂੰ, ਐ ਨੂੰ। ਸਾਡੀ ਬੋਡੀ ਹਜੇ ਵੀ ਚਾਹੂਗੀ ਮੈਂ ਕਾਹਦੇ 'ਚ ਰਵਾਂ? ਮੋਸ਼ਨ 'ਚ ਰਵਾਂ। ਇਸ ਲਈ ਜਦੋਂ ਵੀ ਕੋਈ ਚੀਜ਼, ਤੁਸੀਂ ਬੱਸ ਵਿੱਚ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋਣੀ, ਕਦੇ ਕਦੇ ਆਪਾਂ ਬੱਸ 'ਚ ਬੈਠੇ ਹਾਂ ਨਾ ਲਾਈਟਲੀ, ਇਹ ਕਿਉਂਕਿ ਡਰਾਈਵਰ ਚਲਾ ਰਿਹਾ, ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਨਾ, ਅਸੀਂ ਤਾਂ ਆਰਾਮ ਨਾਲ ਬੈਠੇ ਹਾਂ। ਪਰ ਕਈ ਵਾਰੀ ਇੱਕੋ ਦਮ ਕੋਈ ਚੀਜ਼ ਅੱਗੇ ਆ ਜਾਂਦੀ ਹੈ ਬੱਸ ਦੇ, ਡਰਾਈਵਰ ਇੱਕੋ ਦਮ ਬ੍ਰੇਕ ਲਾ ਦਿੰਦਾ, ਤਾਂ ਅਸੀਂ
ਕੀ ਹੁੰਦਾ ਸਾਨੂੰ, ਅਸੀਂ ਐ ਅੱਗੇ ਨੂੰ ਡਿੱਗਦੇ ਹਾਂ, ਸਾਡਾ ਸਿਰ ਅੱਗੇ ਨੂੰ, ਅਗਲੀ ਕਈ ਵਾਰੀ ਉਹ ਜਿਹੜੇ ਸਾਡੇ ਤੋਂ ਅੱਗੇ ਵਾਲੀ ਸੀਟ ਹੁੰਦੀ ਹੈ ਅਸੀਂ ਉਹਦੇ ਨਾਲ ਵੀ ਕਈ ਵਾਰੀ ਵੱਜ ਜਾਂਦੇ ਹਾਂ। ਰੀਜ਼ਨ ਇੱਥੇ ਕੀ ਹੋਇਆ, ਡਿਊ ਟੂ ਇਨਰਸ਼ੀਆ। ਠੀਕ ਹੈ, ਅਸੀਂ ਐਸ ਸਟੇਟ 'ਚ ਸੀਗੇ ਉਦੋਂ, ਮੋਸ਼ਨ 'ਚ ਸੀਗੇ, ਤਾਂ ਅਸੀਂ ਕੀ ਚਾਹੁੰਦੇ ਸੀ, ਅਸੀਂ ਕਾਹਦੇ 'ਚ ਰਹੀਏ, ਮੋਸ਼ਨ 'ਚ ਹੀ ਰਹੀਏ। ਜਿਹੜਾ ਵਾਹੀਕਲ ਹੈ ਉਹਨੇ ਤਾਂ ਬ੍ਰੇਕ ਲੱਗ ਗਈ, ਉਹ ਤਾਂ ਰੁਕ ਗਿਆ ਵਿਚਾਰਾ, ਪਰ ਅਸੀਂ, ਸਾਡੇ ਤੇ ਤਾਂ ਬ੍ਰੇਕ ਨਹੀਂ ਨਾ ਲੱਗੀ ਹੋਈ, ਅਸੀਂ ਪਹਿਲੇ ਮੋਸ਼ਨ 'ਚ ਸੀਗੇ ਜਦੋਂ ਵਾਹੀਕਲ 'ਚ ਬੈਠੇ ਸੀ, ਅਸੀਂ ਐ ਜਾਈ ਜਾਂਦੇ ਸੀ ਉਹਦੇ ਵਾਹੀਕਲ ਦੇ ਨਾਲ ਨਾਲ, ਅਸੀਂ ਵੀ ਮੋਸ਼ਨ 'ਚ ਆ। ਵਾਹੀਕਲ ਰੁਕ ਗਿਆ, ਪਰੰਤੂ ਅਸੀਂ ਕੀ ਚਾਹੁੰਦੇ ਪਏ, ਅਸੀਂ ਮੋਸ਼ਨ 'ਚ ਹੀ ਰਹੀਏ, ਇਸ ਲਈ ਸਾਡਾ ਸਿਰ ਹਜੇ ਵੀ ਅੱਗੇ ਨੂੰ ਜਾਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਅਸੀਂ ਅੱਗੇ ਜਿਹੜੀ ਇੱਥੇ ਅੱਗੇ ਸੀਟ ਲੱਗੀ ਹੁੰਦੀ ਕਈ ਵਾਰੀ ਉਹਦੇ ਨਾਲ ਵੱਜ ਜਾਂਦੇ ਹਾਂ, ਹਨਾ। ਬੱਸ 'ਚ ਜੇ ਖੜੀਆਂ ਹੁੰਦੀਆਂ ਨਾ ਕਈ ਵਾਰੀ ਸਵਾਰੀਆਂ ਜੀਆਂ ਵਿਚਾਲੇ ਜੇ, ਤੇ ਫਿਰ ਜਦੋਂ ਇੱਕੋ ਦਮ ਬ੍ਰੇਕ ਹੋਈ ਤੇ ਫਿਰ ਸਾਰੇ ਡਿੱਗਦੇ ਆ ਅੱਗੇ ਨੂੰ, ਉਹ ਅੱਗੇ ਨੂੰ ਡਿੱਗਦੇ ਆ। ਕਾਰਨ ਕੀ ਹੈ ਵੀ ਅਸੀਂ ਅੱਗੇ ਨੂੰ ਚੱਲ ਰਹੇ ਸੀਗੇ ਬੱਸ ਦੇ ਨਾਲ ਨਾਲ, ਜਿਵੇਂ ਹੀ ਬੱਸ ਰੁਕ ਗਈ, ਬੱਸ ਤਾਂ ਰੁਕ ਗਈ ਆਪਦੀਆਂ ਬ੍ਰੇਕਸ ਕਰਕੇ, ਅਸੀਂ, ਸਾਡੀਆਂ ਬੋਡੀਜ਼ ਕੀ ਚਾਹੁੰਦੀਆਂ, ਅਸੀਂ ਮੋਸ਼ਨ 'ਚ ਰਹੀਏ, ਇਸ ਲਈ ਅਸੀਂ ਅੱਗੇ ਨੂੰ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਇਜ਼ ਇਟ ਓਕੇ? ਤਾਂ ਆਹੀ ਚੀਜ਼ ਇੱਥੇ ਲਿਖੀ ਹੈ ਕਿ ਇਨੀਸ਼ੀਅਲੀ ਦ ਕਾਰ ਵਾਜ਼ ਇਨ ਮੋਸ਼ਨ। ਠੀਕ ਹੈ, ਕਾਰ ਪਹਿਲੇ ਮੋਸ਼ਨ 'ਚ ਹੈ। ਦ ਬੋਡੀ ਵਾਜ਼ ਆਲਸੋ ਇਨ ਮੋਸ਼ਨ, ਬੋਡੀ ਵੀ ਸਾਡੀ ਮੋਸ਼ਨ 'ਚ ਹੈ। ਲੇਟਰ ਡਿਊ ਟੂ ਐਪਲੀਕੇਸ਼ਨ ਆਫ ਬ੍ਰੇਕ, ਬਾਅਦ ਵਿੱਚ ਜਦੋਂ ਬ੍ਰੇਕਸ ਲਾਤੀਆਂ, ਕਾਰ ਕੇਮ ਟੂ ਰੈਸਟ, ਕਾਰ ਸਾਡੀ ਜਿਹੜੀ ਆ ਉਦੋਂ ਕੀ ਹੋ ਗਈ, ਰੈਸਟ ਵਿੱਚ ਆ ਗਈ। ਦੇਖੋ ਕਾਰ ਰੈਸਟ 'ਚ ਆ ਗਈ, ਕਿੰਦੇ ਕਰਕੇ, ਬ੍ਰੇਕਸ ਕਰਕੇ। ਬਟ ਦ ਬੋਡੀ ਡਿਊ ਟੂ ਇਟਸ ਇਨਰਸ਼ੀਆ, ਪਰੰਤੂ ਜਿਹੜੀ ਸਾਡੀ ਬੋਡੀ ਉਹ ਜੜਤਾ ਕਰਕੇ ਉਹ ਕੀ ਚਾਹੁੰਦੀ ਪਈ ਹੈ, ਮੈਂ ਮੋਸ਼ਨ 'ਚ ਹੀ ਰਵਾਂ। ਦੇਅਰਫੋਰ ਬੋਡੀ ਡਜ਼ ਨੋਟ ਕਮ ਟੂ ਰੈਸਟ, ਇਸ ਲਈ ਬੋਡੀ ਨਹੀਂ ਰੁਕਦੀ ਇੱਕੋ ਦਮ। ਠੀਕ ਹੈ, ਐਟ ਵੰਸ, ਐਂਡ ਐਕਸਪ੍ਰੈਸਿਸ ਜਰਕਸ, ਐਕਸਪੀਰੀਅੰਸਿਸ ਜਰਕ। ਠੀਕ ਹੈ, ਇਸ ਕਰਕੇ ਉਹਨੂੰ ਜਰਕ ਲੱਗਦੇ ਆ, ਝਟਕਾ ਲੱਗਦਾ ਆਪਾਂ ਨੂੰ, ਇੱਕੋ ਦਮ ਆਪਾਂ ਅੱਗੇ ਨੂੰ ਡਿੱਗਦੇ ਹਾਂ। ਕਲੀਅਰ ਹੋ ਗਿਆ? ਇਨਰਸ਼ੀਆ ਬਾਰੇ ਪਤਾ ਚੱਲ ਗਿਆ ਬੱਚੇ? ਇਨਰਸ਼ੀਆ ਕੀ ਚੀਜ਼ ਹੈ, ਰੈਜ਼ਿਸਟੈਂਸ ਹੈ। ਠੀਕ ਹੈ, ਜਿਹੜੀ ਸਾਡੀ ਬੋਡੀ ਲਗਾਉਂਦੀ ਹੈ, ਜਾਂ ਕੋਈ ਵੀ ਬੋਡੀ ਲਗਾਉਂਦੀ ਹੈ ਕਿਸ ਚੀਜ਼ ਨੂੰ, ਆਪਦੀ ਸਟੇਟ ਨੂੰ ਚੇਂਜ ਹੋਣ ਵਿੱਚ। ਜਦੋਂ ਆਪਾਂ ਬਦਲਾਅ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੀ ਸਟੇਟ ਨੂੰ, ਸਟੇਟ ਦੋ ਹੀ ਸਟੇਟਸ ਹੋ ਸਕਦੀਆਂ, ਰੈਸਟ ਦੀ ਜਾਂ ਮੋਸ਼ਨ ਦੀ। ਉਹ ਰੈਸਟ ਤੋਂ ਮੋਸ਼ਨ 'ਚ ਨਹੀਂ ਆਉਣਾ ਚਾਹੁੰਦੀ, ਮੋਸ਼ਨ ਤੋਂ ਰੈਸਟ ਵਿੱਚ ਨਹੀਂ ਆਉਣਾ ਚਾਹੁੰਦੀ। ਰੈਸਟ ਵਾਲੀ ਚੀਜ਼ ਚਾਹੁੰਦੀ ਹੈ ਮੈਂ ਰੈਸਟ ਵਿੱਚ ਰਵਾਂ, ਮੋਸ਼ਨ ਵਾਲੀ ਚੀਜ਼ ਚਾਹੁੰਦੀ ਹੈ ਮੈਂ ਮੋਸ਼ਨ 'ਚ ਰਵਾਂ। ਇਹਨੂੰ ਉਹ ਬੋਲਦੇ ਆ ਇਨਰਸ਼ੀਆ। ਇਸ ਪ੍ਰੋਪਰਟੀ ਨੂੰ ਅਸੀਂ ਬੋਲਦੇ ਆ ਇਨਰਸ਼ੀਆ। ਐਗਜ਼ਾਮਪਲ ਆਪਾਂ ਲੈ ਕੇ ਤੁਹਾਨੂੰ ਦੱਸਦਾ ਵੀ ਕਿਵੇਂ ਇਨਰਸ਼ੀਆ ਵਾਕਈ ਕੰਮ ਕਰਦਾ ਹੈ। ਠੀਕ ਹੈ, ਇੱਕ ਗੈਲੀਲੀਓ ਨੇ ਵੀ ਲਾਅ ਆਫ ਇਨਰਸ਼ੀਆ ਦਿੱਤਾ ਸੀਗਾ। ਠੀਕ ਹੈ, ਗੈਲੀਲੀਓ ਵਾਜ਼ ਅ ਸਾਇੰਟਿਸਟ। Galileo corrected an external force is required to keep a body in motion only if resistive force are present. ਠੀਕ ਹੈ, ਤਾਂ ਇਹਨੇ ਦੱਸਿਆ ਸੀਗਾ according to this law a body moving on a frictionless surface should move with constant velocity। ਇਹਨੇ ਕਿਹਾ ਸੀ, ਮਤਲਬ ਆਪਣੀ ਗੱਲ ਉਹੀ ਇਨਰਸ਼ੀਆ ਵਾਲੀ। ਆਪਾਂ ਕਹਿੰਦੇ ਬਈ ਸੀ ਜੇਕਰ ਕੋਈ ਬੋਡੀ ਮੋਸ਼ਨ 'ਚ ਹੈ ਤਾਂ ਹਮੇਸ਼ਾ ਮੋਸ਼ਨ 'ਚ ਹੀ ਰਹੂਗੀ। ਉਹ ਚਾਹੁੰਦੀ ਹੈ ਵੀ ਮੈਂ ਨਾ ਰੁਕਾਂ। ਜਿਵੇਂ ਆਪਾਂ ਫੈਨ ਦੀ ਐਗਜ਼ਾਮਪਲ ਲਈ ਸੀ, ਫੈਨ ਹੁਣ ਘੁੰਮੀ ਜਾਂਦਾ, ਤੁਸੀਂ ਸਵਿਚ ਬੰਦ ਕਰਤਾ, ਫੈਨ ਫਿਰ ਵੀ ਘੁੰਮੀ ਜਾਂਦਾ, ਕਿਉਂਕਿ ਉਹ ਚਾਹੁੰਦਾ ਮੈਂ ਰੈਸਟ ਵਿੱਚ ਰਵਾਂ, ਮੈਂ ਮੋਸ਼ਨ 'ਚ ਰਵਾਂ। ਠੀਕ ਹੈ, ਪਰੰਤੂ ਥੋੜ੍ਹੀ ਦੇਰ ਬਾਅਦ ਉਹ ਰੁਕ ਜੂਗਾ। ਕਾਰਨ ਕੀ ਹੈ, ਉਹਦੇ 'ਚ ਰੈਜ਼ਿਸਟੈਂਸ ਲੱਗੀ ਜਾਂਦਾ ਹੈ, ਫੈਨ ਦੇ ਜਿਹੜੇ ਪਾਰਟਸ ਹੈ ਉਹ ਇੱਕ ਦੂਜੇ ਨਾਲ ਰੈਜ਼ਿਸਟੈਂਸ ਲਾਈ ਜਾਂਦੇ ਹੈ, ਜਾਂ ਜਿਹੜੀ ਸਾਈਡਾਂ 'ਤੇ ਏਅਰ ਹੈ ਕਮਰੇ ਦੀ, ਉਹ ਫੈਨ ਦੇ ਜਿਹੜੇ ਪੰਖ ਹੁੰਦੇ, ਜਿਹੜੇ ਫਰ ਹੈ ਨਾ, ਜਿਹੜੇ ਉਹਦੇ ਬਲੇਡਸ ਹੈ ਉਹ ਘੁੰਮ ਰਹੇ ਹੈ, ਤਾਂ ਉਦੋਂ ਉਹਨਾਂ ਵਿੱਚ ਤੇ ਹਵਾ ਵਿੱਚ ਰੈਜ਼ਿਸਟੈਂਸ ਲੱਗੀ ਜਾਂਦੀ ਹੈ। ਰੈਜ਼ਿਸਟੈਂਸ ਫੋਰਸ ਹਮੇਸ਼ਾ ਓਪੋਜ਼ਿੰਗ ਫੋਰਸ ਹੁੰਦੀ ਹੈ, ਓਪੋਜ਼ਿਟ ਡਾਇਰੈਕਸ਼ਨ 'ਚ ਲੱਗਦੀ ਹੈ, ਉਲਟ ਦਿਸ਼ਾ 'ਚ ਲੱਗਦੀ ਹੈ। ਤਾਂ ਉਹਦੇ ਉਲਟ ਦਿਸ਼ਾ 'ਚ ਜੇ ਬਲ ਲੱਗੀ ਜਾਂਦਾ ਤਾਂ ਉਹ ਬਲ ਕਰਕੇ ਤਾਂ ਚੀਜ਼ ਰੁਕੂਗੀ ਨਾ, ਉਸ ਕਰਕੇ ਹੌਲੀ ਹੌਲੀ ਰੁਕ ਜਾਂਦਾ। ਠੀਕ ਹੈ, ਗੈਲੀਲੀਓ ਨੇ ਉਹੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਉਹ ਕਹਿੰਦਾ ਵੀ ਜੇਕਰ ਕੋਈ ਬੋਡੀ ਮੂਵ ਕਰ ਰਹੀ ਹੈ ਉਹਨੇ ਫ੍ਰਿਕਸ਼ਨਲੈਸ ਸਰਫੇਸ, ਵੀ ਜਦੋਂ ਕੋਈ ਇਹੋ ਜਿਹਾ ਸਰਫੇਸ ਹੈ ਜਿਹਦੀ ਕੋਈ ਫ੍ਰਿਕਸ਼ਨ ਨਹੀਂ, ਕੋਈ ਫ੍ਰਿਕਸ਼ਨ ਨਾ ਹੋਵੇ, ਤਾਂ ਇਹਦਾ ਮਤਲਬ ਫਿਰ ਉਹ ਬੋਡੀ ਕੌਨਸਟੈਂਟ ਵੈਲੋਸਿਟੀ ਨਾਲ ਉਵੇਂ ਹੀ ਮੂਵ ਕਰੀ ਜਾਊਗੀ, ਉਹਨੇ ਕਦੇ ਨਹੀਂ ਰੁਕਣਾ ਜੇਕਰ ਫ੍ਰਿਕਸ਼ਨ ਨਾ ਹੋਵੇ। ਪਰ ਇਹੋ ਜਿਹੀ ਕੋਈ ਚੀਜ਼ ਹੁੰਦੀ ਨਹੀਂ ਆਪਣਾ, ਕਦੇ ਵੀ ਆਪਾਂ ਇਹੋ ਜਿਹਾ ਕੋਈ ਸਰਫੇਸ ਆਪਾਂ ਡਿਵੈਲਪ ਨਹੀਂ ਕਰ ਸਕਦੇ ਜਿਹੜਾ ਫ੍ਰਿਕਸ਼ਨਲੈਸ ਹੋਵੇ। ਠੀਕ ਹੈ, ਬਟ ਥਿਓਰੈਟੀਕਲ ਕਨਸੈਪਟ ਹੈ ਵੀ ਜੇਕਰ ਫ੍ਰਿਕਸ਼ਨਲੈਸ ਸਰਫੇਸ ਹੋਵੇ ਫਿਰ ਉਹਦੇ ਤੇ ਜਿਹੜੀ ਬੋਡੀ ਚੱਲੀ ਜਾਂਦੀ ਹੈ ਉਹ ਕੌਨਸਟੈਂਟ ਵੈਲੋਸਿਟੀ ਨਾਲ ਚੱਲੀ ਜਾਊਗੀ, ਮਤਲਬ ਉਹਨੇ ਕਦੇ ਨਹੀਂ ਰੁਕਣਾ, ਨਾ ਉਹਦੀ ਵੈਲੋਸਿਟੀ ਕਦੇ ਘੱਟ ਹੋਣੀ ਹੈ। ਠੀਕ ਹੈ, A body at rest is considered equivalent to a body in uniform motion। ਮਤਲਬ ਜਦੋਂ ਆਪਾਂ ਰੈਸਟ ਵਿੱਚ ਲੈਂਦੇ ਹਾਂ ਤਾਂ ਆਪਾਂ ਇਹਦਾ ਇਹ ਮੰਨ ਲੈਂਦੇ ਹਾਂ ਵੀ ਉਹਦੀ ਬੋਡੀ ਦੀ ਵੈਲੋਸਿਟੀ ਕਿੰਨੀ ਹੈ, 0 ਹੈ, ਤਾਂ ਉਹ ਯੂਨੀਫਾਰਮ ਮੋਸ਼ਨ ਹੋ ਗਈ ਨਾ, ਵੀ ਮਤਲਬ ਉਹਦੀ ਵੈਲੋਸਿਟੀ ਹਮੇਸ਼ਾ 0 ਹੀ ਰਹਿਣੀ ਹੈ ਜਦੋਂ ਰੈਸਟ ਵਿੱਚ ਹੈ। ਤਾਂ
ਇਹਦੇ ਤੇ ਬੇਸਡ ਹੀ ਆਪਣਾ ਨਿਊਟਨਸ ਫਰਸਟ ਲਾ ਆਫ ਮੋਸ਼ਨ ਹੈ, ਮਤਲਬ ਜਿਹੜਾ ਇਨਰਸ਼ੀਆ ਵਾਲਾ ਕਨਸੈਪਟ ਹੈ ਆ ਵਾਲਾ, ਐਸੇ ਚੀਜ਼ ਦੇ ਉੱਪਰ ਬੇਸਡ ਆਪਣਾ ਨਿਊਟਨ ਦਾ ਪਹਿਲਾ ਨਿਯਮ ਹੈ। ਨਿਊਟਨ ਦਾ ਪਹਿਲਾ ਗਤੀ ਦਾ ਨਿਯਮ, ਫਰਸਟ ਲਾ ਆਫ ਮੋਸ਼ਨ। ਨਿਊਟਨ ਦੇ 3 ਨਿਯਮ ਹੈ ਬੇਟਾ ਗਤੀ ਦੇ, ਜਿਹੜੇ ਗਤੀ ਨਾਲ ਮੋਸ਼ਨ ਨਾਲ ਰਿਲੇਟਡ ਹੈ। ਨਿਊਟਨ ਨੇ 3 ਆਪਾਂ ਨੂੰ ਨਿਯਮ ਦੱਸੇ ਹੈ। ਉਹਨਾਂ 3 ਨਿਯਮਾਂ ਦੇ ਬੇਸ ਦੇ ਉੱਤੇ ਆਪਾਂ ਇਹਨੂੰ ਦੇਖਾਂਗੇ ਵੀ ਕਿਵੇਂ ਕਿਵੇਂ ਨਿਯਮ ਹੈ ਤੇ ਉਹਦੇ 'ਚ ਕੀ ਕੁਝ ਹੁੰਦਾ ਹੈ। ਠੀਕ ਹੈ, ਮੈਂ ਤੁਹਾਨੂੰ ਪਹਿਲਾ ਨਿਯਮ ਦੱਸ ਦੇਣਾ ਇੱਕ ਵਾਰੀ ਇੱਥੇ। ਨਿਊਟਨਸ ਫਰਸਟ ਲਾ ਆਫ ਮੋਸ਼ਨ ਆਪਾਂ ਇਹਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਆਪਾਂ ਇਨਰਸ਼ੀਆ ਕਰ ਚੁੱਕੇ ਹਾਂ, ਉਹਦੇ ਨਾਲ ਬਿਲਕੁਲ ਉਹਦੇ ਨਾਲ ਹੀ ਰਿਲੇਟਡ ਚੀਜ਼ ਹੈ। ਤਾਂ ਨਿਊਟਨਸ ਫਰਸਟ ਲਾ ਆਫ ਮੋਸ਼ਨ ਦੀ ਜੇ ਅਸੀਂ ਗੱਲ ਕਰੀਏ ਤਾਂ ਵਾਟ ਡਜ਼ ਇਟ ਮੀਨ। ਠੀਕ ਹੈ, ਦੇਖੋ ਇਹ ਬੋਡੀ ਐਟ ਰੈਸਟ ਟੈਂਡਸ ਟੂ ਰਿਮੇਨ ਐਟ ਰੈਸਟ। ਇੱਥੇ ਟੈਂਡਸ ਟੂ ਦਾ ਮਤਲਬ ਕੀ ਹੈ? ਟੈਂਡਸ ਟੂ ਦਾ ਮਤਲਬ ਹੁੰਦਾ ਹੈ ਵੀ ਉਹ ਕੋਸ਼ਿਸ਼ ਕਰਦੀ ਹੈ ਬੋਡੀ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਫੋਰਸ ਲਾਈ ਬੋਡੀ ਮੋਸ਼ਨ 'ਚ ਆ ਜਾਊਗੀ, ਜ਼ਰੂਰੀ ਨਹੀਂ ਹੈਗਾ। ਫੋਰਸ ਕੋਸ਼ਿਸ਼ ਕਰੂਗੀ ਉਹਨੂੰ ਮੋਸ਼ਨ 'ਚ ਲਿਆਉਣ ਦੀ, ਉਹਨੂੰ ਬਸ ਸ਼ਬਦ ਦੇਣੇ ਟੈਂਡਸ। ਠੀਕ ਹੈ, ਇਹ ਬੋਡੀ ਐਟ ਰੈਸਟ ਟੈਂਡਸ ਟੂ ਰਿਮੇਨ ਐਟ ਰੈਸਟ and a body in uniform motion tends to remain in the state of uniform motion until and unless an external force is applied on it। ਇਹਦਾ ਹੁਣ ਪੂਰੇ ਦਾ ਮਤਲਬ ਕੀ ਹੈ? ਇਹਦੇ 'ਚ 2 ਗੱਲਾਂ ਲਿਖੀਆਂ ਅੱਡ ਅੱਡ। ਮੈਂ ਪਹਿਲੇ ਪਹਿਲੀ ਗੱਲ ਦੀ ਗੱਲ ਕਰਦਾ। a body at rest tends to remain at rest। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਜਿਹੜੀ ਬੋਡੀ ਰੈਸਟ ਵਿੱਚ ਹੈ ਉਹ ਚਾਹੁੰਦੀ ਹੈ, ਟੈਂਡਸ ਦਾ ਮਤਲਬ ਵੀ ਉਹ ਚਾਹੁੰਦੀ ਹੈ ਮੈਂ ਕਾਹਦੇ 'ਚ ਰਵਾਂ? ਰੈਸਟ ਵਿੱਚ ਹੀ ਰਵਾਂ। ਕੋਸ਼ਿਸ਼ ਕਰਦੀ ਹੈ ਮੈਂ ਰੈਸਟ 'ਚ ਰਵਾਂ। ਜਦੋਂ ਤਿੱਕਰ ਅੱਗੋਂ ਫਿਰ ਇੱਥੇ ਗੱਲ ਸ਼ੁਰੂ ਹੋ ਜੂਗੀ until and unless an external force, until and unless an external force is applied on it। अब ਵਿਚਾਲੇ ਵਾਲੀ ਲਾਈਨ ਇੱਕ ਵਾਰੀ ਛੱਡ ਦਿਓ, ਕੱਲਾ ਜਿਹੜਾ ਹਾਈਲਾਈਟਡ ਹੈ ਇਹਨੂੰ ਜੇ ਆਪਾਂ ਦੇਖੀਏ this is first part। ਮਤਲਬ ਨਿਊਟਨ ਦਾ ਫਸਟ ਜਿਹੜਾ ਲਾ ਹੈ ਉਹਦੇ 2 ਭਾਗ ਆਪਾਂ ਕਰ ਸਕਦੇ ਹਾਂ। ਪਹਿਲਾ ਭਾਗ ਆ ਹੈ ਵੀ ਜਿਹੜੀ ਬੋਡੀ ਰੈਸਟ ਵਿੱਚ ਹੈ ਉਹ ਚਾਹੁੰਦੀ ਹੈ ਮੈਂ ਰੈਸਟ ਵਿੱਚ ਰਵਾਂ। ਉਹਨੂੰ ਚਾਹੁੰਦੀ ਨੂੰ ਕੀ ਸ਼ਬਦ ਦੇਤਾ ਇੰਗਲਿਸ਼ ਦਾ? ਟੈਂਡਸ। ਇਹ ਬੋਡੀ ਐਟ ਰੈਸਟ ਟੈਂਡਸ ਟੂ ਰਿਮੇਨ ਐਟ ਰੈਸਟ until and unless an external force is applied on it। ਦੇਖੋ ਆ ਬੋਲ ਤੁਹਾਡੀ ਇੱਥੇ ਰੈਸਟ ਵਿੱਚ ਪਈ ਹੈ ਟੇਬਲ ਦੇ ਉੱਤੇ, ਤਾਂ ਇਹ ਕੀ ਚਾਹੁੰਦੀ ਹੈ? ਮੈਂ ਰੈਸਟ ਵਿੱਚ ਹੀ ਰਵਾਂ, ਤੇ ਰੈਸਟ ਵਿੱਚ ਹੀ ਰਹੂਗੀ। ਬੋਲ ਪਈ ਹੈ ਟੇਬਲ ਤੇ, ਐਵੇਂ ਹੀ ਪਈ ਰਹੂਗੀ ਨਾ, ਆਪੇ ਤਾਂ ਚੱਲਣ ਨਹੀਂ ਲੱਗਦੀ। ਕਿ ਚੱਲੂਗੀ? ਆਪੇ ਨਹੀਂ ਚੱਲਦੀ। ਕਦੋਂ ਚੱਲੂਗੀ? when an external force is applied on it। ਜਦੋਂ ਆਪਾਂ ਕੀ ਕਰਾਂਗੇ? ਜਦੋਂ ਆਪਾਂ ਇੱਥੋਂ ਕੋਈ ਐਸ ਬੋਡੀ ਦੇ ਉੱਤੇ ਬਲ ਲਾਵਾਂਗੇ, ਫੋਰਸ ਲਾਵਾਂਗੇ, ਐਕਸਟਰਨਲ ਫੋਰਸ ਬਾਹਰੋਂ ਕੋਈ ਬਲ ਲਾਵਾਂਗੇ, ਫਿਰ ਇਹ ਅੱਗੇ ਨੂੰ ਚੱਲੂਗੀ। ਜਦ ਤੱਕ ਆ ਫੋਰਸ ਤੁਸੀਂ ਨਹੀਂ ਲਾਈ, ਜੇ ਤੁਸੀਂ ਇਹ ਨਹੀਂ ਲਾਈ ਬਲ, ਫਿਰ ਇਹ ਬੋਡੀ ਰੈਸਟ ਵਿੱਚ ਹੀ ਰਹੂਗੀ। ਇਹ ਨਿਊਟਨ ਫਰਸਟ ਲਾ ਆਫ ਮੋਸ਼ਨ ਹੈ, ਮਤਲਬ ਉਹਦਾ ਇੱਕ ਪਾਰਟ ਹੈ। ਦੂਸਰੇ ਪਾਰਟ ਦੀ ਆਪਾਂ ਗੱਲ ਕਰੀਏ, ਦੂਸਰੇ ਪਾਰਟ ਦੀ ਆਪਾਂ ਇਹਨੂੰ ਇੱਕ ਵਾਰੀ ਛੱਡ ਦਿੰਦੇ ਹਾਂ। ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਇਹ ਬੋਡੀ ਇਨ ਯੂਨੀਫਾਰਮ ਮੋਸ਼ਨ, ਠੀਕ ਹੈ, tends to remain in the state of uniform motion। ਜਿਹੜੀ ਬੋਡੀ ਯੂਨੀਫਾਰਮ ਮੋਸ਼ਨ 'ਚ ਹੋਊਗੀ ਉਹ ਚਾਹੂਗੀ ਮੈਂ ਉਸੇ ਸਟੇਟ ਵਿੱਚ, ਮਤਲਬ ਯੂਨੀਫਾਰਮ ਮੋਸ਼ਨ ਵਾਲੀ ਸਟੇਟ 'ਚ ਹੀ ਰਵਾਂ। ਕਦੋਂ ਤੱਕ? until and unless an external force is applied on it। ਜਦੋਂ ਤੱਕ ਉਹਦੇ ਤੇ ਵੀ ਆਪਾਂ ਕੋਈ ਫੋਰਸ ਨਹੀਂ ਲਾਉਂਦੇ। ਕਹਿਣ ਦਾ ਮਤਲਬ ਬੇਟਾ ਇਹ ਹੈ ਵੀ ਜੇਕਰ ਕੋਈ ਬੋਡੀ ਰੈਸਟ ਵਿੱਚ ਹੈ ਤਾਂ ਉਹ ਉਦੋਂ ਤੱਕ ਰੈਸਟ ਵਿੱਚ ਰਹੂਗੀ ਜਦੋਂ ਤੱਕ ਤੁਸੀਂ ਉਹਦੇ ਤੇ ਫੋਰਸ ਨਹੀਂ ਲਾਉਂਦੇ। ਐਵੇਂ ਜੇਕਰ ਕੋਈ ਬੋਡੀ ਮੋਸ਼ਨ 'ਚ ਹੈ ਤਾਂ ਉਹ ਬੋਡੀ ਹਮੇਸ਼ਾ ਮੋਸ਼ਨ 'ਚ ਹੀ ਰਹੂਗੀ ਜਦ ਤੱਕ ਆਪਾਂ ਉਹਨੂੰ ਰੋਕਣ ਵਾਸਤੇ ਕੋਈ ਫੋਰਸ ਨਹੀਂ ਲਾਉਂਦੇ। ਗੱਲ ਕਲੀਅਰ ਹੋ ਗਈ? ਹੁਣ ਇਹਦੇ 'ਚ ਪਹਿਲਾ ਪਾਰਟ ਤਾਂ ਬੜਾ ਤੁਹਾਨੂੰ ਸਿੰਪਲ ਲੱਗ ਰਿਹਾ ਵੀ ਕੋਈ ਬੋਡੀ ਰੈਸਟ ਵਿੱਚ ਹੈ ਉਹ ਹਮੇਸ਼ਾ ਰੈਸਟ ਵਿੱਚ ਰਹੂਗੀ ਜਦੋਂ ਤੱਕ ਆਪਾਂ ਫੋਰਸ ਨਹੀਂ ਲਾਉਂਦੇ। ਕੋਈ ਬੁੱਕ ਪਈ ਹੈ ਟੇਬਲ ਦੇ ਉੱਤੇ, ਕੋਈ ਬੋਲ ਪਈ ਹੈ ਟੇਬਲ ਤੇ, ਇਹਨੇ ਕਦੇ ਨਹੀਂ ਆਪੇ ਚੱਲਣਾ, ਇਹਨੇ ਕਦੇ ਨਹੀਂ ਹਿਲਣਾ ਜਦ ਤੱਕ ਆਪਾਂ ਫੋਰਸ ਨਹੀਂ ਲਾਉਂਦੇ। ਇਹ ਤਾਂ ਸਿੰਪਲ ਹੈ ਨਾ, ਸਾਰਿਆਂ ਨੂੰ ਹੀ ਪਤਾ ਹੈ। ਕੋਈ ਚੀਜ਼ ਆਪੇ ਤਾਂ ਨਹੀਂ ਤੁਰਦੀ, ਆਪੇ ਨਹੀਂ ਹਿਲਦੀ। ਆਪਾਂ ਜਦੋਂ ਫੋਰਸ ਲਾਉਂਦੇ ਹਾਂ ਕਿਸੇ ਵੀ ਰੂਪ 'ਚ ਲਾਈਏ, ਚਾਹੇ ਕੰਟੈਕਟ ਵਾਲੀ ਫੋਰਸ ਹੋਵੇ ਚਾਹੇ ਨੋਨ ਕੰਟੈਕਟ ਵਾਲੀ ਹੋਵੇ, ਕੋਈ ਨਾ ਕੋਈ ਫੋਰਸ ਲਾਵਾਂਗੇ ਤਾਂ ਉਹ ਬੋਡੀ ਚੱਲੂਗੀ, ਨਹੀਂ ਤਾਂ ਉਹ ਬੋਡੀ ਕਿਵੇਂ ਰਹੂਗੀ? ਰੈਸਟ ਦੀ ਫਾਰਮ 'ਚ ਹੀ ਰਹੂਗੀ। ਪਰ ਜਿਹੜਾ ਦੂਸਰਾ ਪਾਰਟ ਹੈ ਨਾ, ਇਹ ਸਾਨੂੰ ਕਦੇ ਕਦੇ ਲੱਗਦਾ ਹੈ ਇਹਦੇ 'ਚ ਹੁਣ ਕੀ ਲਿਖਿਆ ਦੇਖੋ, ਇਹਦੇ 'ਚ ਦੁਬਾਰਾ ਪੜ੍ਹੋ। ਇਹ ਬੋਡੀ ਇਨ ਯੂਨੀਫਾਰਮ ਮੋਸ਼ਨ tends to remain in the state of uniform motion
until and unless an external force is applied on it। ਜੋ ਤੀਕਰ ਆਪਾਂ ਬਾਹਰੀ ਬਲ ਨਹੀਂ ਲਾਉਂਦੇ ਉਹ ਤੀਕਰ ਜਿਹੜੀ ਚੀਜ਼ ਚੱਲੀ ਜਾਂਦੀ ਹੈ ਹਮੇਸ਼ਾ ਚੱਲੀ ਜਾਊਗੀ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਫੋਰ ਐਗਜ਼ਾਮਪਲ ਇੱਕ ਬੋਲ ਹੈ ਤੁਹਾਡੇ ਕੋਲ, ਤੁਸੀਂ ਜਦੋਂ ਉਹਨੂੰ ਮੰਨ ਲਓ ਫਰਸ਼ ਦੇ ਉੱਤੇ ਰੋੜਤਾ ਇੱਕ ਵਾਰੀ ਚਲਾਤਾ ਤਾਂ ਉਹ ਹਮੇਸ਼ਾ ਹੀ ਚੱਲੀ ਜਾਊਗੀ। ਤੁਸੀਂ ਸੜਕ ਤੇ ਰੋੜਤਾ ਨਾ ਤਾਂ ਉਹ ਚੱਲੀ ਜਾਊਗੀ, ਉਹ ਚੱਲੀ ਜਾਊਗੀ ਚੱਲੀ ਜਾਊਗੀ ਚੱਲੀ ਜਾਊਗੀ, ਉਹਨੇ ਰੁਕਣਾ ਹੀ ਨਹੀਂ। ਦਿੱਲੀ ਵੀ ਪਹੁੰਚ ਸਕਦੀ ਹੈ ਸੜਕ ਦੇ ਉੱਤੇ ਉੱਤੇ ਜਾਂਦੀ ਜਾਂਦੀ, ਹੈ ਨਾ। ਦਿੱਲੀ ਤੋਂ ਅੱਗੇ ਫਿਰ ਬੰਬੇ ਵੀ ਪਹੁੰਚ ਸਕਦੀ ਹੈ। ਨਿਊਟਨ ਦਾ ਨਿਯਮ ਆਪਾਂ ਨੂੰ ਕਹਿੰਦਾ, ਆਪਾਂ ਨਹੀਂ ਕਹਿੰਦੇ। ਨਿਊਟਨ ਦਾ ਫਸਟ ਲਾ ਇਹ ਦੱਸੀ ਜਾਂਦਾ ਆਪਾਂ ਨੂੰ ਕਿ ਬੋਡੀ ਇਨ ਯੂਨੀਫਾਰਮ ਮੋਸ਼ਨ tends to remain in the state of uniform motion until and unless an external force is applied on it। ਜੋ ਤੀਕਰ ਆਪਾਂ ਕੋਈ ਬਲ ਲਾ ਕੇ ਉਹਨੂੰ ਰੋਕਦੇ ਨਹੀਂ ਉਹ ਤੀਕਰ ਉਹਨੇ ਚੱਲੀ ਜਾਣਾ। ਪਰ ਐ ਹੁੰਦਾ ਤਾਂ ਨਹੀਂ ਨਾ, ਆਪਾਂ ਕਿਸੇ ਬੋਲ ਨੂੰ ਰੋੜਦੇ ਆ ਤਾਂ ਥੋੜੀ ਦੂਰ ਤੱਕ ਰੁੜਦੀ ਜਾਂਦੀ ਫਿਰ ਉਹ ਰੁਕ ਜਾਂਦੀ ਹੈ। ਆਪਾਂ ਕੋਈ ਬਲ ਨਹੀਂ ਲਾਇਆ, ਆਪਾਂ ਉਹਨੂੰ ਕੋਈ ਫੜਿਆ ਨਹੀਂਗਾ, ਹਨਾ, ਫਿਰ ਵੀ ਉਹ ਰੁਕ ਗਈ। ਇਹਦਾ ਮਤਲਬ ਨਿਊਟਨ ਦਾ ਨਿਯਮ ਗਲਤ ਹੋ ਗਿਆ? ਨਹੀਂ, ਨਿਊਟਨ ਦਾ ਨਿਯਮ ਗਲਤ ਨਹੀਂ ਹੋਇਆ। ਉੱਥੇ ਸਾਨੂੰ ਫੋਰਸ ਦਿਖਦੀ ਨਹੀਂ ਪਈ ਪਰ ਕੋਈ ਨਾ ਕੋਈ ਫੋਰਸ ਜ਼ਰੂਰ ਲੱਗੀ ਜਾਂਦੀ ਉਹਦੇ ਤੇ। ਫੋਰਸ ਲਾਉਣ ਤੋਂ ਬਾਅਦ ਤਾਂ ਉਹ ਚੀਜ਼ ਰੁਕੂਗੀ ਨਾ। ਆ ਚੀਜ਼ ਲਿਖੀ ਹੈ ਨਾ, ਇਹ ਬੋਡੀ ਇਨ ਯੂਨੀਫਾਰਮ ਮੋਸ਼ਨ ਟੈਂਡਸ ਟੂ ਰਿਮੇਨ ਇਨ ਦਾ ਸਟੇਟ ਆਫ ਯੂਨੀਫਾਰਮ ਮੋਸ਼ਨ। ਉਹ ਚਾਹੂਗੀ ਮੈਂ ਯੂਨੀਫਾਰਮ ਮੋਸ਼ਨ 'ਚ ਰਵਾਂ ਜਦੋਂ ਤੀਕਰ ਉਹਦੇ ਤੇ ਕੋਈ ਬਾਹਰੀ ਬਲ ਨਹੀਂ ਲੱਗਦਾ, ਉਦੋਂ ਤੀਕਰ ਉਹ ਯੂਨੀਫਾਰਮ ਮੋਸ਼ਨ 'ਚ ਰਹਿਣ ਦੀ ਕੋਸ਼ਿਸ਼ ਕਰੂਗੀ। ਜੇ ਉਹਦੇ ਤੇ ਬਾਹਰੀ ਬਲ ਲੱਗ ਗਿਆ ਫਿਰ ਉਹ ਯੂਨੀਫਾਰਮ ਮੋਸ਼ਨ ਤੋਂ ਕਿਹੜੀ ਸਟੇਟ ਵਿੱਚ ਆ ਸਕਦੀ ਹੈ? ਰੈਸਟ ਦੀ ਸਟੇਟ 'ਚ ਆ ਸਕਦੀ ਹੈ। ਤਾਂ ਹੁਣ ਜਦੋਂ ਆਪਾਂ ਬੋਲ ਸੜਕ ਦੇ ਉੱਤੇ ਜਾਂ ਗਰਾਊਂਡ ਵਿੱਚ ਇੱਕ ਬੋਲ ਰੁੜੀ ਜਾਂਦੀ ਹੈ, ਥੋੜੀ ਦੂਰ ਰੁੜਨ ਤੋਂ ਬਾਅਦ ਉਹ ਰੁਕ ਜਾਂਦੀ ਹੈ। ਕਾਰਨ ਕੀ ਹੈ? ਉਦੋਂ ਦਾ ਮਤਲਬ ਉਹਦੇ ਤੇ ਕੋਈ ਨਾ ਕੋਈ ਬਲ ਜ਼ਰੂਰ ਲੱਗਿਆ। ਉਹ ਬਲ ਕਿਹੜਾ ਲੱਗਿਆ? ਉਹਨੂੰ ਉਹ ਬੋਲਦੇ ਆ ਫ੍ਰਿਕਸ਼ਨ। ਵੀ ਕਿਉਂਕਿ ਉਹ ਗਰਾਊਂਡ ਦੇ ਉੱਤੇ ਰੁੜੀ ਜਾਂਦੀ ਸੀ ਨਾ, ਜਾਂ ਫਰਸ਼ ਦੇ ਉੱਤੇ ਰੁੜੀ ਜਾਂਦੀ ਸੀ, ਤੇ ਫਰਸ਼ ਵਿੱਚ ਤੇ ਉਹ ਬੋਲ ਦੇ ਵਿੱਚ ਫ੍ਰਿਕਸ਼ਨਲ ਫੋਰਸ ਲੱਗ ਰਹੀ ਸੀ। ਠੀਕ ਹੈ, ਉਹ ਫ੍ਰਿਕਸ਼ਨਲ ਫੋਰਸ ਜਿਹੜੀ ਸੀਗੀ ਉਹ ਓਪੋਜ਼ਿਟ ਡਾਇਰੈਕਸ਼ਨ 'ਚ ਲੱਗਦੀ ਹੈ, ਉਲਟ ਦਿਸ਼ਾ 'ਚ ਲੱਗਦੀ ਹੈ। ਉਹਨੇ ਹੌਲੀ ਹੌਲੀ ਉਸ ਬੋਲ ਨੂੰ ਰੋਕਤਾ। ਜੇ ਉਹ ਫ੍ਰਿਕਸ਼ਨਲ ਫੋਰਸ ਨਾ ਹੁੰਦੀ ਫਿਰ ਉਸ ਬਾਲ ਨੇ ਹਮੇਸ਼ਾ ਵਾਸਤੇ ਹੀ ਚੱਲੀ ਜਾਣਾ ਸੀ ਜਦ ਤੱਕ ਆਪਾਂ ਉਹਨੂੰ ਫੜ ਕੇ ਰੋਕ ਦੇਣਾ। ਗੱਲ ਕਲੀਅਰ ਹੋ ਗਈ? ਤਾਂ ਦਿਸ ਇਜ਼ ਨਿਊਟਨਸ ਫਸਟ ਲਾ ਆਫ ਮੋਸ਼ਨ। ਬੇਟਾ ਕਲੀਅਰ ਹੈ ਸਾਰਿਆਂ ਨੂੰ? ਤਾਂ ਇਹ ਆਪਣਾ ਪਹਿਲੀ ਚੀਜ਼ ਸੀਗੀ, ਜਦੋਂ ਕੋਈ ਬੋਡੀ ਰੁਕੀ ਹੋਈ ਹੈ ਤਾਂ ਉਹ ਰੁਕੀ ਰਹੂਗੀ, ਬਾਲ ਐਟ ਰੈਸਟ ਹੈ। ਜਦੋਂ ਆਪਾਂ ਫੋਰਸ ਲਾਉਂਦੇ ਹਾਂ, ਦੇਖੋ ਇਹਨੇ ਫੋਰਸ ਲਾਤੀ ਤਾਂ ਬਾਲ ਸਾਡੀ ਕੀ ਹੋ ਗਈ? ਮੋਸ਼ਨ 'ਚ ਆ ਗਈ। ਆਹੀ ਚੀਜ਼ ਅਸੀਂ ਗੱਲ ਕਰ ਰਹੇ ਸੀ, ਪਹਿਲੇ ਰੈਸਟ ਵਿੱਚ ਹੈ ਤਾਂ ਰੈਸਟ 'ਚ ਹੀ ਰਹੂਗੀ ਜਦ ਤੱਕ ਆਪਾਂ ਫੋਰਸ ਨਹੀਂ ਲਾਉਂਦੇ। until and unless external force is applied on it, ਉਦੋਂ ਤੱਕ ਉਹ ਬੋਡੀ ਜਿਹੜੀ ਰੈਸਟ ਵਾਲੀ ਹੈ ਉਹ ਰੈਸਟ ਦੀ ਫਾਰਮ 'ਚ ਰਹੂਗੀ। ਦਿਸ ਇਜ਼ ਦਾ ਕੇਸ। ਬੋਡੀ ਰੈਸਟ ਵਾਲੀ ਰੈਸਟ ਦੀ ਫਾਰਮ 'ਚ ਰਹੂਗੀ ਜਦੋਂ ਤੱਕ ਉਹਦੇ ਤੇ ਕੋਈ ਐਕਸਟਰਨਲ ਫੋਰਸ ਨਹੀਂ ਲੱਗਦੀ। ਤਾਂ ਇੱਥੇ ਆਪਾਂ ਉਹੀ ਗੱਲ ਕਰ ਰਹੇ ਹਾਂ, ਆ ਸਾਡੀ ਬੋਡੀ ਹੈ, ਰੈਸਟ ਵਿੱਚ ਹੈ, ਜਦ ਤੱਕ ਆਪਾਂ ਫੋਰਸ ਨਹੀਂ ਲਾਈ ਇਹ ਰੈਸਟ ਵਿੱਚ ਸੀ। ਹੁਣ ਫੋਰਸ ਲਾਤੀ, ਹੁਣ ਇਮੋਸ਼ਨ 'ਚ ਆ ਗਈ। ਠੀਕ ਹੈ, ਕਲੀਅਰ ਹੋ ਗਿਆ? ਨਿਊਟਨ ਫਸਟ ਲਾ ਸਾਰਿਆਂ ਨੂੰ ਓਕੇ ਹੈ? ਹੁਣ ਨੈਕਸਟ ਬੈਲੈਂਸਡ ਐਂਡ ਅਨਬੈਲੈਂਸਡ ਫੋਰਸਿਸ। ਠੀਕ ਹੈ, ਬੈਲੈਂਸਡ ਅਨਬੈਲੈਂਸਡ ਫੋਰਸਿਸ ਕੀ ਚੀਜ਼ ਹੈ? ਬੈਲੈਂਸਡ ਫੋਰਸਿਸ ਹੁੰਦਾ ਰਾਜੇ ਕਿ ਸਾਡੇ ਕੋਲ ਹੈ ਕਿ ਜਦੋਂ ਆਪਾਂ ਗੱਲ ਕਰਾਂਗੇ ਕਿ ਇੱਕ ਤੋਂ ਜ਼ਿਆਦਾ ਫੋਰਸਿਸ ਮੰਨ ਲਓ ਕਿਸੇ ਬੋਡੀ ਦੇ ਉੱਤੇ ਲੱਗੀ ਜਾਂਦੀਆਂ, ਠੀਕ ਹੈ, ਤਾਂ ਬੈਲੈਂਸਡ ਫੋਰਸਿਸ ਦੀ ਗੱਲ ਕਰਾਂਗੇ। ਇਹ ਇਕੁਅਲ ਐਂਡ ਆਪੋਜ਼ਿਟ ਹੁੰਦੀਆਂ। ਦੇ ਡੂ ਨਾਟ ਕਾਜ਼ ਐਨੀ ਚੇਂਜ ਇਨ ਮੋਸ਼ਨ। ਮੰਨ ਲਓ ਇੱਕ ਬੋਡੀ ਸੀ ਸਾਡੇ ਕੋਲ, ਇੱਥੇ ਆਪਾਂ ਇੱਕ ਬੋਡੀ ਲੈ ਲੈਂਦੇ, ਮੰਨ ਲਓ ਆ ਇੱਕ ਬੋਡੀ ਸੀ, ਠੀਕ ਹੈ, ਇਹਦੇ ਤੇ ਸਪੋਜ਼ ਕਰੋ ਦੋ ਫੋਰਸਿਸ ਲੱਗ ਰਹੀਆਂ ਸੀਗੀਆਂ। ਇੱਕ ਇੱਧਰਲੇ ਪਾਸੇ ਫੋਰਸ ਲੱਗ ਰਹੀ ਸੀ, ਠੀਕ ਹੈ, ਇੱਕ ਫੋਰਸ ਆਪੋਜ਼ਿਟ ਡਾਇਰੈਕਸ਼ਨ 'ਚ ਇੱਧਰਲੇ ਪਾਸੇ ਲੱਗ ਰਹੀ ਸੀ, ਠੀਕ ਹੈ। ਇਹ ਦੋਨੋਂ ਇਕੁਅਲ ਤੇ ਆਪੋਜ਼ਿਟ ਸੀਗੀਆਂ। ਮੰਨ ਲਓ ਆਹ ਫੋਰਸ ਆਪਣੀ ਸੀਗੀ 10 ਨਿਊਟਨ, ਆਹ ਫੋਰਸ ਵੀ ਕਿੰਨੀ ਸੀ? 10 ਨਿਊਟਨ। ਫੋਰਸ ਨਿਊਟਨ 'ਚ ਹੁੰਦੀ ਹੈ ਨਾ, ਯਾਦ ਹੈ ਕਿ ਭੁੱਲ ਗਏ? ਫੋਰਸ ਦਾ ਜਿਹੜਾ ਯੂਨਿਟ ਹੈ ਦੈਟ ਇਜ਼ ਨਿਊਟਨ, ਐਨ ਨਾਲ ਆਪਾਂ ਨੂੰ ਲਿਖਦੇ ਹਾਂ। ਤਾਂ ਆਹ ਫੋਰਸ ਵੀ 10 ਨਿਊਟਨ ਦੀ ਹੈ, ਆਹ ਫੋਰਸ ਵੀ 10 ਨਿਊਟਨ ਦੀ ਹੈ, ਦੋਨੋਂ ਇਕੁਅਲ ਹੈ ਬਟ ਆਪੋਜ਼ਿਟ ਆ ਇੱਧਰਲੇ ਪਾਸੇ ਨੂੰ ਹੈ, ਰਾਈਟ ਸਾਈਡ ਵਾਲਾ, ਲੈਫਟ ਸਾਈਡ ਵਾਲਾ ਹੈ। ਇਹ ਦੋਨੋਂ ਫੋਰਸਿਸ ਜੇ ਆਪਾਂ ਲਾਵਾਂਗੇ ਤਾਂ ਇਸ ਬੋਡੀ ਤੇ ਕੋਈ ਇਫੈਕਟ ਨਹੀਂ ਪੈਣਾ, ਇਸ ਬੋਡੀ ਤੇ ਕੁਝ ਨਹੀਂ ਹੋਣਾ, ਠੀਕ ਹੈ, ਇਸ ਬੋਡੀ ਦੇ ਉੱਤੇ ਕੁਝ ਨਹੀਂ ਹੋਣਾ। ਕਾਰਨ ਕੀ ਹੈ? ਵੀ ਇਹ ਦੋਨੋਂ ਫੋਰਸਿਸ ਜਿਹੜੀਆਂ ਲੱਗ ਰਹੀਆਂ ਇਹ ਕਿੱਦਾਂ ਦੀਆਂ ਲੱਗ ਰਹੀਆਂ? ਬੈਲੈਂਸਡ ਫੋਰਸਿਸ ਹੈ। ਇਹ ਵਾਲੀਆਂ ਫੋਰਸਿਸ ਸਾਡੀਆਂ ਕਿੱਦਾਂ ਦੀਆਂ ਹੋ ਗਈਆਂ? ਬੈਲੈਂਸਡ ਫੋਰਸਿਸ ਹੋ ਗਈਆਂ ਰਾਜੇ, ਠੀਕ ਹੈ।
ਆ ਚੀਜ਼, ਇਹ ਫੋਰਸਿਸ ਸਾਡੇ ਕੋਲ ਬੈਲੈਂਸਡ ਫੋਰਸਿਸ ਹੈ। ਜਿਹੜੀ ਆ ਫੋਰਸਿਸ ਦੀ ਅਸੀਂ ਗੱਲ ਕਰਦੇ ਪਏ ਹਾਂ ਹੁਣ, ਇਹ ਸਾਡੀਆਂ ਕਿਹੋ ਜਿਹੀਆਂ ਬੈਲੈਂਸਡ ਹੈ, ਵੀ ਫੋਰਸਿਸ ਇਕੁਅਲ ਐਂਡ ਆਪੋਜ਼ਿਟ ਹੈ, ਐਂਡ ਦੇ ਡੂ ਨੋਟ ਕਾਜ਼ ਐਨੀ ਚੇਂਜ ਇਨ ਮੋਸ਼ਨ। ਮੰਨ ਲਓ ਜੇ ਬੋਡੀ ਰੈਸਟ ਵਿੱਚ ਹੈ ਤੇ ਰੈਸਟ ਵਿੱਚ ਹੀ ਰਹੂਗੀ, ਜੇ ਪਹਿਲਾਂ ਮੋਸ਼ਨ 'ਚ ਹੈਗੀ ਹੈ ਤਾਂ ਵੀ ਇਹਦੇ ਤੇ ਕੋਈ ਫਰਕ ਨਹੀਂ ਪੈਣਾ। ਆਹ ਦੋਨੋਂ ਫੋਰਸਿਸ ਇਕੁਅਲ ਤੇ ਆਪੋਜ਼ਿਟ ਹੋਣ ਕਰਕੇ ਇਹ ਆਪਦੇ ਇਹਨਾਂ ਦੋਨਾਂ ਦਾ ਜਿਹੜਾ ਇਫੈਕਟ ਹੈ ਉਹ ਕੈਂਸਲ ਹੋ ਜਾਊਗਾ, ਦੋਨਾਂ ਦਾ ਪ੍ਰਭਾਵ ਖਤਮ ਹੋ ਜਾਊਗਾ। ਇਸ ਕਰਕੇ ਇਹ ਵਾਲੀਆਂ ਫੋਰਸਿਸ ਨੂੰ ਆਪਾਂ ਕੀ ਬੋਲਾਂਗੇ, ਬੈਲੈਂਸਡ ਫੋਰਸਿਸ। ਦੂਸਰਾ ਅਨਬੈਲੈਂਸਡ ਫੋਰਸਿਸ ਹੈ। ਅਨਬੈਲੈਂਸ ਫੋਰਸਿਸ ਵਿੱਚ ਕੀ ਹੈ, ਫੋਰਸਿਸ ਸਾਡੀਆਂ ਕਿੱਦਾਂ ਦੀਆਂ ਹੋਣਗੀਆਂ, ਅਨਇਕੁਅਲ ਹੋਣਗੀਆਂ। ਫੋਰਸਿਸ ਕਿੱਦਾਂ ਦੀਆਂ ਹੋਣਗੀਆਂ, ਫੋਰਸਿਸ ਆਰ ਅਨਇਕੁਅਲ। ਠੀਕ ਹੈ, ਤਾਂ ਆ ਚੀਜ਼ ਹੈ, ਫੋਰਸਿਸ ਕਿੱਦਾਂ ਦੀਆਂ, ਅਨਇਕੁਅਲ। ਇੱਕ ਪਾਸੇ ਫੋਰਸ ਜ਼ਿਆਦਾ ਹੈ, ਇੱਕ ਪਾਸੇ ਫੋਰਸ ਘੱਟ ਹੈ। ਜੇ ਅਸੀਂ ਉਵੇਂ ਹੀ ਦੁਬਾਰਾ ਦੇਖ ਲਈਏ ਕਿ ਮੰਨ ਲਓ ਆ ਸਾਡੀ ਉਵੇਂ ਬੋਡੀ ਹੈ, ਠੀਕ ਹੈ, ਹੁਣ ਇਹਦੇ ਤੇ ਆਪਾਂ ਮੰਨ ਲਓ ਇੱਕ ਸਾਡੇ ਕੋਲ ਇੱਧਰਲੇ ਪਾਸੇ ਫੋਰਸ ਹੈ, ਇੱਕ ਸਾਡੇ ਕੋਲ ਆਪੋਜ਼ਿਟ ਡਾਇਰੈਕਸ਼ਨ 'ਚ ਫੋਰਸ ਹੈ ਉਵੇਂ ਹੀ। ਠੀਕ ਹੈ, ਆਹ ਫੋਰਸ ਮੰਨ ਲਓ ਹੈਗੀ ਹੈ 5 ਨਿਊਟਨ ਦੀ, ਕਿੰਨੀ ਹੈ 5 ਨਿਊਟਨ। ਠੀਕ ਹੈ, ਆਹ ਫੋਰਸ ਜਿਹੜੀ ਹੈਗੀ ਹੈ ਦਿਸ ਇਜ਼ ਸਪੋਜ਼ 12 ਨਿਊਟਨ, ਕਿੰਨੀ ਹੈ 12 ਨਿਊਟਨ ਹੈ। ਠੀਕ ਹੈ, ਤਾਂ ਇਹਦਾ ਮਤਲਬ ਹੁਣ ਕੀ ਹੋਊਗਾ, ਹੁਣ ਤੁਹਾਡੀ ਬੋਡੀ, ਆਹ ਵਾਲੀ ਜਿਹੜੀ ਬੋਡੀ ਹੈ ਇਹ ਆਪਣੀ ਬੋਡੀ ਕਿਹੜੇ ਪਾਸੇ ਨੂੰ ਮੂਵ ਕਰੂਗੀ, ਦਿਸ ਬੋਡੀ ਵਿਲ ਸਟਾਰਟ ਮੂਵਿੰਗ ਇਨ ਦਿਸ ਡਾਇਰੈਕਸ਼ਨ, ਇੱਧਰਲੇ ਪਾਸੇ ਨੂੰ ਚੱਲਣਾ ਸ਼ੁਰੂ ਕਰ ਦੂਗੀ ਬੋਡੀ ਤੁਹਾਡੀ। ਕਾਰਨ ਕੀ ਹੈ, ਕਿਉਂਕਿ ਅਬ ਆਹ ਫੋਰਸ ਜ਼ਿਆਦਾ ਹੈ, ਆਹ ਫੋਰਸ ਘੱਟ ਹੈ, ਤਾਂ ਇੱਥੇ ਆ ਜਿਹੜੀਆਂ ਫੋਰਸਿਸ ਉਹਨੂੰ ਕੀ ਬੋਲਾਂਗੇ ਆਪਾਂ, ਅਨਬੈਲੈਂਸਡ ਫੋਰਸਿਸ। ਇਹ ਫੋਰਸਿਸ ਕਿੱਦਾਂ ਦੀਆਂ, ਅਨਬੈਲੈਂਸਡ ਹੈ। ਓਕੇ ਹੋ ਗਿਆ, ਕਲੀਅਰ ਹੈ ਸਾਰਿਆਂ ਨੂੰ ਇਹ ਵਾਲੀ ਗੱਲ, ਵੀ ਥੀਸ ਫੋਰਸਿਸ ਆਰ ਅਨਬੈਲੈਂਸਡ ਫੋਰਸਿਸ, ਅਨਇਕੁਅਲ ਫੋਰਸਿਸ। ਹੁਣ ਇਹਦੇ 'ਚ ਕੀ ਹੈ, ਅਨਇਕੁਅਲ ਫੋਰਸਿਸ ਹੈ, ਪਹਿਲੀ ਗੱਲ ਤਾਂ ਇਹ 5 ਹੈ, ਆਹ 12 ਹੈ, ਇਹ ਅਨਇਕੁਅਲ ਹੈ। ਦੂਸਰਾ, ਦੇ ਕੈਨ ਬੀ ਇਨ ਦਾ ਸੇਮ ਔਰ ਆਪੋਜ਼ਿਟ ਡਾਇਰੈਕਸ਼ਨ, ਇਹ ਸੇਮ ਡਾਇਰੈਕਸ਼ਨ 'ਚ ਵੀ ਹੋ ਸਕਦੀਆਂ, ਆਪੋਜ਼ਿਟ ਡਾਇਰੈਕਸ਼ਨ 'ਚ ਵੀ ਹੋ ਸਕਦੀਆਂ। ਠੀਕ ਹੈ, ਦੈਨ ਹੈ ਦੇ ਕਾਜ਼ਿਜ਼ ਏ ਚੇਂਜ ਇਨ ਮੋਸ਼ਨ, ਇਹਨਾਂ ਵਿੱਚ ਜਿਹੜੀ ਮੋਸ਼ਨ ਹੈ ਉਹ ਬਦਲ ਸਕਦੀ ਹੈ। ਠੀਕ ਹੈ, ਪਹਿਲੇ ਕੇਸ ਵਿੱਚ ਆਪਣੇ ਕੋਲ ਇਹ ਸੀਗਾ ਵੀ ਮੋਸ਼ਨ ਨਹੀਂ ਬਦਲਦੀ, ਇੱਥੇ ਹੁਣ ਮੋਸ਼ਨ ਬਦਲ ਸਕਦੀ ਹੈ। ਠੀਕ ਹੈ, ਐਗਜ਼ਾਮਪਲ ਆਪਣੇ ਕੋਲ ਟਗ ਆਫ ਵਾਰ। ਠੀਕ ਹੈ, ਇਫ ਟੀਮ 1 ਐਂਡ 2, ਜਿਵੇਂ ਆਪਣਾ ਕੋਈ ਗੇਮ ਹੁੰਦੀ ਹੈ ਆਪਾਂ ਖੇਲਦੇ ਹਾਂ ਨਾ, ਵੀ ਇੱਕ ਰੱਸਾ ਹੈਗਾ, ਰੱਸਾ ਕਸ਼ੀ, ਇੱਕ ਪਾਸੇ ਇੱਕ ਟੀਮ ਹੈ, ਇੱਕ ਪਾਸੇ ਦੂਜੀ ਟੀਮ ਹੈ, ਉਹ ਖਿੱਚਦੇ ਇੱਕ ਦੂਜੇ ਨੂੰ, ਤਾਂ ਉਦੋਂ ਆਪਣੇ ਕੋਲ ਜਿੱਧੇ ਪਾਸੇ ਜ਼ਿਆਦਾ ਫੋਰਸ ਲੱਗੂਗੀ ਉਧਰਲੇ ਪਾਸੇ ਨੂੰ ਸਾਡਾ ਰੱਸਾ ਖਿੱਚਿਆ ਜਾਊਗਾ। ਠੀਕ ਹੈ, ਇਹ ਟਗ ਆਫ ਫੋਰਸ, ਟਗ ਆਫ ਵਾਰ ਹੈ ਆਪਣੇ ਕੋਲ। ਠੀਕ ਹੈ, ਇਫ ਟੀਮ 1 and 2 apply equal forces in opposite direction, there would be no net force। ठीक है, तो ये चीज़ है। हाँ जी, क्लियर हो गया।